ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਚੰਦ ਸੁਰਖੀਆਂ ਦੀ ਗੱਲ ਕਰਾਂਗੇ ਜਿਹੜੀਆਂ ਸਾਡੇ ਨਾਲ ਤਲਕ ਰੱਖਦੀਆਂ ਹਨ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਜੋ ਨਜ਼ਾਰਾ ਜੋ ਮੰਜ਼ਰ ਤੁਸੀਂ ਦੇਖਿਆ ਹੈ ਔਰ ਸਾਰੇ ਦੇਸ਼ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਇਤਨਾ ਜ਼ਬਰਦਸਤ ਉਤਸ਼ਾਹ ਜਾਂ ਲੋਕਾਂ ਦੀ ਦਿਲਚਸਪੀ ਆਮ ਲੋਕਾਂ ਦੀ ਦਿਲਚਸਪੀ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਪਹਿਲਿਆਂ ਨਾਲੋਂ ਵੱਧ ਨਜ਼ਰ ਆ ਰਹੀ ਹੈ, ਕਿਉਂਕਿ ਆਮ ਤੌਰ ਦੇ ਉੱਤੇ ਦੋ ਹੀ ਧਿਰਾਂ ਹੁੰਦੀਆਂ ਸੀ ਔਰ ਦੋਨਾਂ 'ਚੋਂ ਕੋਈ ਵੀ ਜਿੱਤ ਗਿਆ ਕੋਈ ਹਾਰ ਗਿਆ। ਕੁਛ ਉਹਨਾਂ ਨਾਲ ਹੁੰਦੇ ਸੀ, ਕੁਝ ਦੂਜੇ ਪਾਸੇ ਹੁੰਦੇ ਸੀ। ਪਰ ਐਤਕੀ ਕੁਛ ਹਾਲਾਤ ਬਦਲੇ ਹਨ ਤੀਜੀ ਧਿਰ ਦੇ ਆ ਜਾਣ ਕਰਕੇ। ਸੋ ਇਹ ਜਿਹੜੀ ਤਬਦੀਲੀ ਆਈ ਹੈ ਬਹੁਤ ਵੱਡੀ ਤਬਦੀਲੀ ਹੈ। ਸੋ ਅਸੀਂ ਤੁਹਾਡੇ ਨਾਲ ਇੱਕ ਪੰਜਾਬ ਦੇ ਸੀਨੀਅਰ ਆਗੂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਕਰ ਚੁੱਕੇ ਹਾਂ, ਜਿਨ੍ਹਾਂ 'ਚੋਂ ਭਾਰਤੀ ਜਨਤਾ ਪਾਰਟੀ ਦੇ, ਅਕਾਲੀ ਦਲ ਦੇ, ਤੇ ਸਾਡੀ ਕੋਸ਼ਿਸ਼ ਹੈ ਕਿ ਬਾਕੀਆਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਮੌਜੂਦਾ ਹਾਲਾਤ ਦੇ ਉੱਤੇ ਜਾਣਕਾਰੀ ਪ੍ਰਾਪਤ ਕਰੀਏ। ਪਰ ਇਸ ਤੋਂ ਜ਼ਿਆਦਾ ਅਹਿਮ ਇਹ ਹੈ ਕਿ ਤੁਸੀਂ ਭਾਵੇਂ ਵਤਨ ਤੋਂ ਬਹੁਤ ਦੂਰ ਹੋ ਪਰ ਫਿਰ ਵੀ ਤੁਹਾਡੇ ਚੇਤਨ ਮਨ ਦੇ ਵਿੱਚ, ਤੁਹਾਡੇ ਚਿੰਤਨ ਵਿੱਚ ਇਹ ਦੂਰੀ ਕੁਛ ਵੀ ਨਹੀਂ ਹੈ, ਕਿਉਂਕਿ ਖਿਆਲਾਂ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਉਹ ਸਾਰੀਆਂ ਦੂਰੀਆਂ ਨੂੰ ਇੱਕਦਮ ਦੂਰ ਕਰ ਦਿੰਦੀ ਹੈ। ਪਰ ਹਮੇਸ਼ਾ ਦੀ ਤਰ੍ਹਾਂ ਹਸਬੇ ਮਾਮੂਲ ਜਿਹਨੂੰ ਕਹਿੰਦੇ ਹੈ, ਅਸੀਂ ਤੁਹਾਡੇ ਨਾਲ ਕੁਝ ਕੁ ਸੁਰਖੀਆਂ ਦੇ ਉੱਤੇ ਗੱਲ ਕਰਨੀਆਂ ਚਾਹਾਂਗੇ। ਪੰਜਾਬ ਦੇ ਵਿੱਚ ਕੁਛ ਕਾਫੀ ਸਮੇਂ ਤੋਂ, ਕਾਫੀ ਚਿਰ ਤੋਂ ਦੇਖਣ ਵਿੱਚ ਆ ਰਿਹਾ ਹੈ। ਕਾਰਨ ਕੀ ਹੈ? ਕਾਨੂੰਨ ਵੀ ਬਣ ਰਹੇ ਹਨ, ਸਭ ਕੁਝ ਹੋ ਰਿਹਾ ਹੈ। ਕੀ ਲੋਕਾਂ ਦੇ ਵਿੱਚ ਬਰਦਾਸ਼ਤ ਦੀ ਕਮੀ ਹੋ ਗਈ ਜਾਂ ਵੈਸੇ ਹੀ ਸਿਰ ਫਿਰੇ ਲੋਕ ਹਨ? ਉਹ ਫਿਰਕਾ ਪ੍ਰਸਤੀ ਹੈ, ਜਨੂਨ ਹੈ ਜਾਂ ਨਿਰਾ ਪਾਗਲਪਨ ਹੈ? ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਦਲੀਪ ਕੁਮਾਰ ਨਾਂ ਦੇ ਵਿਅਕਤੀ ਨੇ ਆ ਕੇ ਤੇ ਅਖੰਡ ਪਾਠ ਸਾਹਿਬ ਦੀ ਬੇਹੁਰਮਤੀ ਕੀਤੀ ਸੀ ਔਰ ਨਾਲ ਹੀ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਵੀ ਉਹ ਫਾੜਨ ਦੀ ਹਿਮਾਕਤ ਤੇ ਬੇਹੁਰਮਤੀ ਔਰ ਬਦਤਮੀਜ਼ੀ ਕੀਤੀ ਸੀ। ਪਰ ਮਨਦੀਪ ਸਿੰਘ ਕੁੱਬੇ ਪਿੰਡ ਦੇ, ਉਹਨਾਂ ਦੇ ਕੋਲੋਂ ਬਰਦਾਸ਼ਤ ਨਾ ਹੋਇਆ। ਉਹਨਾਂ ਨੇ ਉਸ ਦਲੀਪ ਕੁਮਾਰ ਦੇ ਉੱਤੇ ਆਪਣੇ ਰਿਵਾਲਵਰ ਦੇ ਨਾਲ ਫਾਇਰਿੰਗ ਕੀਤੀ, ਜਿਹਦੇ 'ਚੋਂ ਜ਼ਖਮੀ ਹੋਇਆ। ਦਲੀਪ ਕੁਮਾਰ ਦੇ ਉੱਤੇ ਭਾਵਨਾ ਭੜਕਾਉਣ ਦਾ ਜਿਹੜਾ ਦੋਸ਼ ਤਾਜ਼ੀਰਾਤ-ਏ-ਹਿੰਦ ਜਾਂ ਇੰਡੀਅਨ ਪੀਨਲ ਕੋਡ ਵਿੱਚ ਹੈ, ਉਸ ਦੇ ਤਹਿਤ ਉਸ ਦੇ ਉੱਤੇ ਮੁਕੱਦਮਾ ਚੱਲਿਆ, ਜਿਹੜਾ ਅਜੇ ਤੱਕ ਚੱਲ ਰਿਹਾ ਹੈ ਔਰ ਇੱਕ ਬੰਦੇ ਦੀ ਗਵਾਹੀ ਇਸ ਦੇ ਵਿੱਚ ਅਜੇ ਤੱਕ ਹੋਈ ਹੈ। ਪਰ ਦੂਸਰੇ ਪਾਸੇ ਇਸ ਕੇਸ ਦੇ ਵਿੱਚ ਮਨਦੀਪ ਸਿੰਘ ਕੁੱਬੇ ਪਿੰਡ ਦੇ, ਜਿਨ੍ਹਾਂ ਨੇ ਉਸ ਦਲੀਪ ਕੁਮਾਰ ਦੇ ਉੱਤੇ ਰਿਵਾਲਵਰ ਦੇ ਨਾਲ ਗੋਲੀ ਚਲਾਈ ਸੀ, ਸੈਸ਼ਨ ਜੱਜ ਸਵਿੰਦਰ ਸਿੰਘ ਮਾਨ ਨੇ ਉਸ ਨੂੰ 5 ਸਾਲ ਦੀ ਕੈਦ ਗੋਲੀ ਮਾਰਨ ਦੇ ਲਈ ਔਰ 3 ਸਾਲ ਦੀ ਕੈਦ ਆਰਮਜ਼ ਐਕਟ ਦੇ ਤਹਿਤ ਸੁਣਾਈ ਹੈ। ਸੋ ਇਹ ਇੱਕ ਕਾਫੀ ਵੱਡੀ ਖਬਰ ਹੈ। ਪਰ ਇਸ ਦੇ ਵਿੱਚ ਦਿਲਚਸਪ ਗੱਲ ਇਹ ਹੋਈ ਕਿ ਦਲੀਪ ਕੁਮਾਰ ਜਾਂ ਉਸ ਦੇ ਵਾਰਸਾਂ ਨੇ ਜਾਂ ਉਹਦੇ ਘਰਦਿਆਂ ਨੇ ਮਨਦੀਪ ਸਿੰਘ ਨੂੰ ਪਛਾਣਨ ਤੋਂ, ਆਈਡੈਂਟੀਫਿਕੇਸ਼ਨ ਪਰੇਡ ਜਿਹੜੀ ਹੁੰਦੀ ਹੈ TI ਪਰੇਡ, ਉਹਦੇ ਵਿੱਚ ਉਹਨਾਂ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਨੂੰ ਨਹੀਂ ਪਛਾਣਦੇ। ਪਰ ਦੂਸਰੇ ਪਾਸੇ ਮਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਇਸ ਫੈਸਲੇ ਦੇ ਵਿਪਰੀਤ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ। ਪਹਿਲੀ ਸੁਰਖੀ ਇਹ ਹੈ। ਦੂਸਰੀ,
ਅੰਮ੍ਰਿਤਸਰ ਸਾਹਿਬ ਦੀ ਸੀਟ ਦੇ ਉੱਤੇ ਜਦੋਂ ਕੱਲ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਬਾਬਾ ਹਰਨਾਮ ਸਿੰਘ ਨੇ ਐਲਾਨ ਕੀਤਾ ਕਿ ਅਸੀਂ ਅਕਾਲੀ ਦਲ ਦੀ ਸਪੋਰਟ ਕਰਾਂਗੇ, ਅਕਾਲੀ ਦਲ ਦੇ ਅਸੀਂ ਪੂਰੀ ਉਹਨਾਂ ਦੀ ਖੁੱਲ੍ਹ ਕੇ ਮਦਦ ਕਰਾਂਗੇ, ਪਰ ਦੂਜੇ ਪਾਸੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਵੀ ਇਤਰਾਜ਼ ਕੀਤਾ ਸੀ ਕਿ ਇਹਨਾਂ ਨੇ ਹਰਬੰਸ ਲਾਲ ਖੰਨਾ, ਜਿਸ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ, ਉੱਥੇ ਇਹਨਾਂ ਨੇ ਆਪਣਾ ਦਫ਼ਤਰ ਬਣਾਇਆ ਅਤੇ ਹੋਰ ਵੀ ਇਹਨਾਂ ਨੇ ਸਾਕਾ ਨੀਲਾ ਤਾਰਾ ਜਾਂ ਕੱਲੂਕਾਰੇ ਬਾਰੇ, ਭਾਰਤੀ ਜਨਤਾ ਪਾਰਟੀ ਦੇ ਸਟੈਂਡ ਬਾਰੇ ਇਹਨਾਂ ਨੇ ਸਖਤ ਨੁਕਤਾਚੀਨੀ ਕੀਤੀ ਸੀ। ਪਰ ਹਾਲੇ ਤੱਕ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਜਿਹੜੀਆਂ 3 ਸੀਟਾਂ ਹਨ ਉਹਨਾਂ ਦੇ ਉੱਤੇ ਇਹ ਕਿਸ ਦੀ ਮਦਦ ਕਰਨਗੇ। ਕੀ ਕਾਂਗਰਸ ਦੀ ਕਰਨਗੇ, ਜਿਸ ਤੋਂ ਇਨਕਾਰ ਕਰ ਰਹੇ ਹਨ, ਹੋਰ ਕੋਈ ਹੈ ਨਹੀਂ, ਫਿਰ ਇਹ ਕਿਸ ਦੀ ਮਦਦ ਕਰਨਗੇ? ਅਜੇ ਤੱਕ ਇਹਨਾਂ ਨੇ ਸਪਸ਼ਟ ਆਪਣਾ ਸਟੈਂਡ ਨਹੀਂ ਕੀਤਾ, ਜਿਸ ਦੇ ਉੱਤੇ ਕਾਫੀ ਲੋਕ ਜਿਹੜੇ ਇਹਦੇ ਤੇ ਸੋਚ ਰਹੇ ਹਨ ਔਰ ਇਹਨਾਂ ਨੂੰ ਅਪੀਲ ਕਰ ਰਹੇ ਹਨ ਕਿ ਤੁਸੀਂ ਆਪਣਾ ਸਟੈਂਡ, ਇਹਨਾਂ ਤੋਂ ਮੰਗ ਕਰ ਰਹੇ ਹਨ ਕਿ ਆਪਣਾ ਸਟੈਂਡ ਕਲੀਅਰ ਕਰੋ। ਤੀਸਰੀ ਖਬਰ ਸਾਡੇ ਸਤਿਕਾਰਯੋਗ ਦਰਸ਼ਕ ਸਰ ਵਰਿੰਦਰ ਸਿੰਘ ਵਾਲੀਆ ਉਹਨਾਂ ਨੇ ਇੱਕ ਖਬਰ ਭੇਜੀ ਹੈ ਜਿਹੜੀ ਕਾਫੀ ਦਿਲਚਸਪ ਵੀ ਹੈ, ਪਰ ਇਹ ਦੱਸਦੀ ਹੈ ਕਿ ਕਿਵੇਂ ਹਾਲੇ ਤੱਕ ਇੰਨਾ ਸਮਾਂ ਬੀਤ ਜਾਣ ਦੇ ਉੱਤੇ ਵੀ ਲੋਕੀ ਭਰਮਾਂ ਵਹਿਮਾਂ ਦੇ ਵਿੱਚੋਂ ਨਹੀਂ ਨਿਕਲ ਸਕੇ। ਕੋਲਾਰ ਥਾਂ ਹੈ ਕਰਨਾਟਕਾ ਦੀ, ਜਿਹਦੇ 'ਚ ਯੂਨੀਅਨ ਮਿਨਿਸਟਰ KH ਮੁਨੀਅੱਪਾ ਜਦੋਂ ਆਪਣੀ ਵੋਟ ਪਾਉਣ ਲਈ ਗਏ ਤਾਂ ਉਹਨਾਂ ਨੇ ਦੇਖਿਆ ਕਿ ਉਹ ਜਿਹੜੀ ਮਸ਼ੀਨ ਹੈ, ਜਿਹੜੀ EVM ਜਿਸ ਨੂੰ ਕਹਿੰਦੇ ਹੈ, ਉਹ ਮਸ਼ੀਨ ਦਾ ਮੂੰਹ ਦੱਖਣ ਵੱਲ ਸੀਗਾ। ਉਹਨਾਂ ਨੇ ਇਸ 'ਤੇ ਇਤਰਾਜ਼ ਕੀਤਾ ਔਰ ਕਿਹਾ ਕਿ ਇਹ ਗਲਤ ਹੈ, ਇਹ ਜਿਹੜੀ ਵਾਸਤੂ ਸ਼ਾਸਤਰ ਦੇ ਮੁਤਾਬਕ ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਔਰ ਉਹਨਾਂ ਨੇ ਮਜਬੂਰ ਕੀਤਾ ਜਿਹੜਾ ਕਿ ਹਾਰੋਹੱਲੀ ਪੋਲਿੰਗ ਸਟੇਸ਼ਨ ਦਾ ਜਿਹੜਾ ਅਫਸਰ ਸੀ ਕਿ ਤੂੰ ਮਸ਼ੀਨ ਦਾ ਮੂੰਹ ਦੂਜੇ ਪਾਸੇ ਕਰ ਦੇ। ਕੋਲਾਰ ਦੇ ਡਿਪਟੀ ਕਮਿਸ਼ਨਰ ਰਵੀ ਦਾ DC ਰਵੀ ਨੇ ਇਸ ਦੇ ਉੱਤੇ ਉਸ ਰਿਟਰਨਿੰਗ ਅਫਸਰ ਨੂੰ ਤਬਾਦਲਾ ਕਰ ਦਿੱਤਾ। ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਉਸ ਮੰਤਰੀ ਦੇ ਉੱਤੇ ਵੀ ਕੋਈ ਕਾਰਵਾਈ ਕਰੋਗੇ, ਤਾਂ ਇਸ ਦਾ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ। ਭਾਵੇਂ ਇੰਨੀ ਵਿਦਿਆ ਜਿੰਨੀ ਮਰਜ਼ੀ ਵੱਧ ਜਾਏ, ਜਿੰਨੀ ਮਰਜ਼ੀ ਪ੍ਰਗਤੀ ਹੋ ਜਾਏ, ਜਿੰਨੀ ਮਰਜ਼ੀ ਤਰੱਕੀ ਹੋ ਜਾਏ, ਇਸ ਦਾ ਮਤਲਬ ਹੈ ਕਿ ਭਰਮ ਔਰ ਵਹਿਮ ਦਾ ਕੰਡਾ ਇਹ ਇਨਸਾਨਾਂ ਦੇ ਮਨ 'ਚੋਂ ਨਹੀਂ ਨਿਕਲਦਾ। ਜਿਹੜੇ ਵਹਿਮ ਹਨ ਉਹ ਇਸੇ ਤਰੀਕੇ ਦੇ ਨਾਲ ਹੀ ਕਾਇਮ ਰਹਿੰਦੇ ਹਨ ਔਰ ਇਹ ਜਿਹੜਾ ਇੱਕ ਨਵਾਂ ਸ਼ੋਸ਼ਾ ਜਾਂ ਨਵਾਂ ਵਹਿਮ ਦਾ, ਵਾਸਤੂ ਸ਼ਾਸਤਰ ਦਾ ਇਹ ਪਖੰਡ ਰੂਪੀ ਵਹਿਮ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਵੜ ਗਿਆ, ਲੋਕੀ ਆਪਣੀਆਂ ਮਕਾਨਾਂ ਨੂੰ ਤੁੜਾ ਕੇ ਔਰ ਹੋਰ ਸਾਰੀਆਂ ਚੀਜ਼ਾਂ ਨੂੰ ਵੱਖ-ਵੱਖ ਕਰਕੇ ਫਿਰ ਉਸ ਦੀ ਦੁਬਾਰਾ ਤਾਮੀਰ ਕਰਾ ਰਹੇ ਹਨ। ਦਰਅਸਲ ਕੋਈ ਦਿਸ਼ਾ ਇੱਕ ਨਹੀਂ ਹੈ। ਉਸ ਪਰਮਾਤਮਾ ਦੇ ਲਈ ਸਾਰੀਆਂ ਦਿਸ਼ਾਵਾਂ ਬਰਾਬਰ ਹਨ। ਤੁਹਾਡੀ ਦਸ਼ਾ ਤੁਹਾਡੀ ਦਿਸ਼ਾ ਦੇ ਉੱਤੇ ਨਿਰਭਰ ਨਹੀਂ ਕਰਦੀ। ਸਾਡੀ ਦਸ਼ਾ ਸਾਡੇ ਆਪਣੇ ਕਰਮਾਂ ਦੇ ਉੱਤੇ ਹੈ। ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਸਾਰੀਆਂ ਦਿਸ਼ਾਵਾਂ ਦੇ ਉੱਤੇ, ਹਰ ਦਿਸ਼ਾ ਵਿੱਚ ਜਿਹੜੀਆਂ ਵੀ ਦਿਸ਼ਾ ਹਨ, 10 ਦਿਸ਼ਾਵਾਂ ਮੰਨੀਆਂ ਜਾਂਦੀਆਂ ਹਨ, 4 ਔਰ ਜਿਹੜੀਆਂ ਉੱਤੇ ਥੱਲੇ ਔਰ ਦੂਜੀਆਂ ਦਿਸ਼ਾਵਾਂ ਦੇ ਵਿੱਚ ਮਿਲਾ ਕੇ ਉਹਨਾਂ ਦੋਨਾਂ ਦੇ ਵਿਚਕਾਰ ਵੀ ਇਹ 10 ਦਿਸ਼ਾਵਾਂ ਜਿਹੜੀਆਂ ਮੰਨੀਆਂ ਗਈਆਂ ਹਨ। ਹਜ਼ੂਰ ਕਹਿੰਦੇ ਹਨ ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਉਸ ਪਰਮਾਤਮਾ ਦਾ ਹੱਥ ਹਰ ਇੱਕ ਦੇ ਸਿਰ ਦੇ ਉੱਤੇ ਹੈ। ਮਜਬੂਰੀ ਹੈ, ਉਸ ਦਾ ਹੱਥ ਤਾਂ ਹੈ, ਪਰ ਸਾਡਾ ਸਿਰ ਨਹੀਂ ਟਿਕਦਾ। ਫਰਕ ਇੰਨਾ ਹੀ ਹੈ। ਸੋ ਇਹ ਕੁਝ ਕੁ ਸੁਰਖੀਆਂ ਸੀ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਪਰ ਤੀਸਰੀ ਇੱਕ ਹੋਰ, ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਵਿੱਚ, ਬਹੁਤ ਵੱਡੀ ਗਿਣਤੀ ਦੇ ਵਿੱਚ
ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ, ਜਿਹੜੀ ਤਸਵੀਰ ਵਿੱਚ ਵੀ ਤੁਸੀਂ ਵੇਖ ਰਹੇ ਹੋ। ਔਰ ਜੇ ਅਸੀਂ ਇਹ ਪੂਰੇ ਫਰੇਮ ਵਿੱਚ ਤਸਵੀਰ ਦੇਖ ਸਕੀਏ ਕਿ ਕਿਸ ਤਰੀਕੇ ਨਾਲ ਇੱਕ ਕਿਸਮ ਦਾ ਲੋਕਾਂ ਦਾ ਹੜ੍ਹ ਜਿਹੜਾ ਹੈ ਉਹ ਆਇਆ ਹੈ, ਆਪ ਮੁਹਾਰੇ ਨਹੀਂ ਤਾਂ ਆਮ ਤੌਰ ਦੇ ਉੱਤੇ ਲੋਕ ਲੀਡਰਾਂ ਵੱਲੋਂ ਇਕੱਠਾ ਕੀਤਾ ਜਾਂਦਾ ਸੀ, ਪਰ ਇੱਥੇ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਹੁੰਗਾਰਾ ਮਿਲਿਆ ਹੈ, ਹੁਣ ਇਹ ਵੱਖਰੀ ਗੱਲ ਹੈ ਕਿ ਇਹ ਵੋਟਾਂ ਵਿੱਚ ਤਬਦੀਲ ਹੁੰਦਾ ਕਿ ਨਹੀਂ ਹੁੰਦਾ। ਪੀਲੂ ਮੋਦੀ ਕਿਹਾ ਕਰਦਾ ਸੀ, ਜਿਹੜਾ ਪਾਰਲੀਮੈਂਟੇਰੀਅਨ ਸੀ ਔਰ ਕਾਫੀ ਸੀਨੀਅਰ ਪਾਰਲੀਮੈਂਟੇਰੀਅਨ ਸੀ, ਉਹ ਕਹਿੰਦਾ ਸੀ ਆਈ ਹੈਵ ਸੋ ਮੈਨੀ ਐਡਮਾਇਰਰਸ ਬਟ ਨੋ ਫਾਲੋਅਰਸ। ਮੇਰੇ ਐਡਮਾਇਰਰ ਤਾਂ ਬਹੁਤ ਹਨ ਪਰ ਫਾਲੋਅਰ ਨਹੀਂ ਹਨ। ਸੋ ਇਹ ਪਤਾ ਲੱਗੇਗਾ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਇਹਨਾਂ ਚੋਂ ਐਡਮਾਇਰਰ ਕਿੰਨੇ ਹਨ ਤੇ ਫਾਲੋਅਰ ਕਿੰਨੇ ਹਨ। ਸੋ ਇਹ ਹਨ ਅੱਜ ਦੀਆਂ ਸੁਰਖੀਆਂ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਇਹਦੇ ਬਾਅਦ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਮੁਲਾਕਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਤੋਂ ਇੱਕ ਸੀਨੀਅਰ ਆਗੂ ਦੇ ਨਾਲ। ਇੱਕ ਵਕਫਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦੇਵ ਸਿੰਘ ਕੰਗ, ਮੁੱਖ ਸੇਵਾਦਾਰ ਗੁਰਦੁਆਰਾ ਸਿੱਖਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ, ਜੋ ਕਿ ਖਾਲਸਾ ਪੰਥ ਦੇ ਜਨਮ ਦਿਵਸ ਦੇ ਉੱਤੇ ਸਿੱਖ ਦੇ ਪਰੇਡ ਮਨਿਹਾਟਨ ਵਿੱਚ 26 ਅਪ੍ਰੈਲ 2014 ਅਪ੍ਰੈਲ ਨੂੰ ਕੱਢੀ ਜਾਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਦਿਨ ਉਸ ਪਰੇਡ ਦੇ ਵਿੱਚ ਹੁਮ ਹੁਮਾ ਕੇ ਪਹੁੰਚੋ ਜੀ, ਤਾਂ ਕਿ ਅਸੀਂ ਆਪਣੀ ਉਸ ਖਾਲਸੇ ਦੀ ਸ਼ਾਨ ਨੂੰ ਸ਼ਗਨੋ ਸ਼ੌਕਤ ਨਾਲ ਬਹੁਤ ਹੀ ਵਧਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣਾ ਬਾਜ਼ਾਰ ਤੋਂ ਦੀਪਕ ਭਾਰਦਵਾਜ ਵਿਸਾਖੀ ਦੀਆਂ ਸਾਰੇ ਸਮੁੱਚੇ ਪੰਜਾਬੀਆਂ ਨੂੰ ਤੇ ਪੂਰੀ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ। ਔਰ ਇਸ ਸਾਲ ਜੋ ਹਰ ਸਾਲ ਦੀ ਤਰ੍ਹਾਂ ਪਰੇਡ ਕੱਢੀ ਜਾ ਰਹੀ ਆ, ਇੱਥੇ ਸਾਰੇ ਪੰਜਾਬੀਆਂ ਨੂੰ ਮੈਂ ਅਪੀਲ ਕਰਦਾ ਕਿ ਇਸ ਪਰੇਡ ਦੇ ਵਿੱਚ ਹੁਮ ਹੁਮਾ ਕੇ ਪਹੁੰਚੀਏ, ਤਾਂ ਕਿ ਅਸੀਂ ਸਾਰੇ ਲੋਕਾਂ ਨੂੰ ਆਪਣੀ ਇਕਜੁੱਟਤਾ ਦਾ ਪ੍ਰਮਾਣ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਤਾ ਮੈਂ ਵਾਹਿਗੁਰੂ 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 ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ 18 ਅਪ੍ਰੈਲ 2014 ਤੋਂ ਕੈਲੀਫੋਰਨੀਆ ਅਮਰੀਕਾ ਦੌਰੇ ਤੇ ਆ ਰਹੇ ਨੇ। ਇਸ ਮੌਕੇ ਉਹ ਵੱਖ-ਵੱਖ ਗੁਰੂ ਘਰਾਂ 'ਚ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਨਗੇ, ਉੱਥੇ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਅੰਮ੍ਰਿਤ ਸੰਚਾਰ ਵੀ ਕਰਨਗੇ। ਆਪ ਸਮੂਹ ਸਾਧ ਸੰਗਤ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰਬਾਣੀ ਦਾ ਲਾਹਾ ਲਵੋ ਜੀ। ਸਬਸਕ੍ਰਾਈਬ ਕਰਨ ਲਈ ਕਾਲ ਕਰੋ 1844 455 66527। China Jewelers, Sacramento, California. ਇੱਥੇ ਅਵੇਲੇਬਲ ਹੈ 22 ਕੈਰਟ 골ਡ ਜੁਐਲਰੀ ਤੇ 골ਡ coins। ਅਸੀਂ ਕਰਦੇ ਹਾਂ 골ਡ coins ਦੀ ਸ਼ਿਪਿੰਗ ਪੂਰੇ USA ਵਿੱਚ। ਐਕਸਕਲੂਸਿਵ ਵੈਰਾਈਟੀ ਬ੍ਰਾਈਡਲ ਸੈਟਸ ਤੇ ਬੈਂਗਲਸ ਵਿੱਚ। ਕਸਟਮਰਸ ਦੀ ਤਸੱਲੀ ਲਈ 골ਡ ਪਿਓਰਿਟੀ ਚੈੱਕ ਕਰਨ ਲਈ ਕੰਪਿਊਟਰਾਈਜ਼ਡ ਮਸ਼ੀਨ। ਅਸੀਂ ਪੇ ਕਰਦੇ ਹਾਂ ਟੌਪ ਡਾਲਰਸ। ਤੁਸੀਂ ਆਪਣੀ ਜੁਐਲਰੀ ਗਹਿਣੇ ਵੀ ਰੱਖ ਸਕਦੇ ਹੋ। ਲੋਨ ਫॉर 골ਡ। ਆਪਣਾ ਸੋਨਾ ਰੱਖੋ ਤੇ ਲੈ ਜਾਓ ਕੈਸ਼। For any inquiry, call Inderjeet Singh या visit करो China Jewelers। टैक्स प्रॉब्लम? नो प्रॉब्लम। कंप्यूटेक्स INC आओ ते अपने टैक्सां दा मसला सुलझाओ।
ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है MP के खास व्हाइट होल व्हीट आटे से बने प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश। एकदम पापड़। इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट, नो मैदा, रखे आपकी रोटी को सॉफ्ट और फ्रेश 8 घंटों के बाद भी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਸੰਮਤ 1756 ਨੂੰ 1699 ਦੀ ਵਿਸਾਖੀ ਨੂੰ ਪੰਥ ਖਾਲਸੇ ਨੂੰ ਜਨਮ ਦਿੱਤਾ ਸੀ। ਪੰਥ ਖਾਲਸਾ ਖੰਡੇ ਦੀ ਧਾਰ ਵਿੱਚੋਂ ਪ੍ਰਗਟ ਕੀਤਾ ਸੀ। 26 ਅਪ੍ਰੈਲ 2014 ਨੂੰ 27ਵਾਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਮੈਂ ਆਪਣੇ ਜਥੇ ਵੱਲੋਂ ਕਵੀਸ਼ਰ ਸੁਲੱਖਣ ਸਿੰਘ ਰਿਆੜ ਦੇ ਜਥੇ ਵੱਲੋਂ ਤੇ ਮੂਦਲ ਪਰਿਵਾਰ ਵੱਲੋਂ ਸਭ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਸ਼ਕਿਲ ਵਿੱਚ ਜਦੋਂ ਆਪਣੇ ਛੱਡ ਦਿਨ ਸਾਥ, ਔਖੀ ਘੜੀ ਜਦੋਂ ਨਾ ਆਵੇ ਕਿਤੋਂ ਆਵਾਜ਼, ਨਿਰਾਸ਼ ਨਾ ਹੋਵੋ, ਤੁਹਾਡੀ ਇੱਕ ਆਵਾਜ਼ ਤੇ ਹਮੇਸ਼ਾ ਤੁਹਾਡੇ ਨਾਲ। ਅਮਰੀਕਨ ਕਾਨੂੰਨ ਦੀ ਕਿਤਾਬ, ਸ਼ਨਾਈਡਰ ਲਾਅ ਗਰੁੱਪ, ਤਜਰਬੇਕਾਰ ਵਕੀਲ ਜਿਨ੍ਹਾਂ ਨੂੰ ਮਹਾਰਤ ਹਾਸਲ ਹੈ ਕ੍ਰਿਮੀਨਲ ਲਾਅ, ਮੈਟਰੀਮੋਨੀਅਲ, ਇਮੀਗ੍ਰੇਸ਼ਨ, ਫਾਈਲਿੰਗ ਬੈਂਕਰਪਸੀ, ਅਸਾਲਮ ਤੇ ਡਿਪੋਰਟੇਸ਼ਨ ਮੈਟਰਸ ਵਿੱਚ ਹਰ ਲੀਗਲ ਸੋਲੂਸ਼ਨ ਤੁਹਾਡੀ ਆਪਣੀ ਬੋਲੀ ਵਿੱਚ। ਕੰਟੈਕਟ ਸ਼ਨਾਈਡਰ ਲਾਅ ਗਰੁੱਪ। ਕੰਸਲਟੇਸ਼ਨ ਲਈ ਵਿਜ਼ਿਟ ਕਰੋ ਆਪਣੀ ਨੀਅਰੈਸਟ ਬ੍ਰਾਂਚ ਵਿੱਚ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਤੁਹਾਡੇ ਨਾਲ ਅਸੀਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ, ਵੈਸੇ ਤਾਂ ਖੈਰ ਸਾਰੇ ਦੇਸ਼ ਦਾ ਹੀ ਚੋਣਾਂ ਦਾ ਮਾਹੌਲ ਹੈ, ਪਰ ਚੋਣਾਂ ਹੁਣ ਪੰਜਾਬ ਲਈ ਨਹੀਂ ਹੋ ਰਹੀਆਂ ਹਨ ਕੇਂਦਰ ਦੇ ਵਿੱਚ ਆਪਣੀ ਭਾਈਵਾਲੀ ਲਈ, ਔਰ ਇਹ ਹਰ ਸੂਬੇ ਲਈ ਕਾਫੀ ਮਹੱਤਵਪੂਰਨ ਹਨ। ਪੰਜਾਬ ਦੇ ਵਿੱਚ ਇਹਨਾਂ ਦੀ ਆਪਣੀ ਮਹੱਤਤਾ ਹੈ। ਇਸ ਲੜੀ ਦੇ ਵਿੱਚ ਜਿਹੜੇ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕੀਤੇ ਹਨ, ਅੱਜ ਕਾਂਗਰਸ ਦੇ ਸਪੋਕਸਪਰਸਨ ਤੇ ਇਲੈਕਸ਼ਨ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਤੇ ਸਾਬਕਾ MLA ਪੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹਨ। ਖਹਿਰਾ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਤੇ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਫਤਿਹ ਅਰਜ਼ ਕਰਦਾ ਜੀ। ਜੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਤਾਂ ਇਹੀ ਹੈ ਕਿ ਤੁਸੀਂ ਬਿਲਕੁਲ ਜਿਹਨੂੰ ਤੁਹਾਡਾ ਬੈਟਲਫੀਲਡ ਹੈ, ਜਿਹੜਾ ਗਰਾਊਂਡ ਜ਼ੀਰੋ ਹੈ, ਤੁਸੀਂ ਉੱਥੇ ਹੈਗੇ ਹੋ, ਤੇ ਚੋਣਾਂ ਦੇ ਇਸ ਸਾਰੇ ਹਾਲਾਤ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ, ਔਰ ਤੁਹਾਡੀ ਆਪਣੀ ਅਸੈਸਮੈਂਟ ਵਿੱਚ ਜੋ ਪਿਛੋਕੜ 'ਚ ਹੋ ਚੁੱਕਾ ਹੈ ਤੇ ਆਉਣ ਵਾਲੇ ਭਵਿੱਖ ਜਿਹੜਾ ਕੁਝ ਦਿਨਾਂ ਦਾ ਹੀ ਹੈ, ਤੁਹਾਨੂੰ ਇਸ ਦੀ ਕੀ ਅਸੈਸਮੈਂਟ ਹੈ ਜਿਹੜੀ ਕਿ ਕੁਝ ਦਿਨਾਂ ਬਾਅਦ ਫਿਰ ਉਸ ਨੂੰ ਜ਼ਰੂਰ ਸਾਹਮਣੇ ਰੱਖ ਕੇ ਦੇਖਿਆ ਜਾਏਗਾ ਕਿ ਉਹ ਕਿੰਨੀ ਤੁਹਾਡੀ ਪੋਲੀਟੀਕਲ ਅਸੈਸਮੈਂਟ ਕਿੰਨੀ ਕੁ ਸਹੀ ਸੀ? ਜੀ ਦੇਖੋ, ਵੈਸੇ ਤਾਂ ਇਹ ਲੋਕ ਸਭਾ ਦੀਆਂ ਚੋਣਾਂ ਨੇ ਜੀ ਕਿ ਸਾਰੇ ਮੁਲਕ ਦੀ ਪੋਲਿਟਿਕਸ ਦੀ ਤਸਵੀਰ ਮੋਹਰੇ ਰੱਖ ਕੇ ਤੇ ਲੋਕਾਂ ਨੇ ਵੋਟ ਪਾਉਣੀ ਹੈ ਜੀ। ਲੇਕਿਨ ਪੰਜਾਬ ਹਮੇਸ਼ਾ ਥੋੜਾ ਜਿਹਾ ਪੰਜਾਬ ਸੈਂਟਰਿਕ ਇਲੈਕਸ਼ਨਸ ਚੱਲਦੀਆਂ ਨੇ ਜੀ, ਕਿਉਂਕਿ ਇੱਥੇ ਇਸ ਵਾਰ ਅਕਾਲੀਆਂ ਦਾ ਇਹ ਸੈਕੰਡ ਟੈਨਿਓਰ ਆ ਪੰਜਾਬ ਦੇ ਵਿੱਚ, ਔਰ ਇੱਥੇ ਬੜੀ ਇੱਕ
ਸਟਰੋਂਗ ਐਂਟੀ ਇਨਕੰਬੈਂਸੀ ਇਹਨਾਂ ਦੇ ਖਿਲਾਫ ਜਿਹੜੇ ਲੋਕਲ ਇਸ਼ੂਜ਼ ਵੀ ਬਹੁਤ ਬਹੁਤ ਭਾਰੂ ਨੇ ਜੀ। ਤੁਸੀਂ ਸ਼ਾਇਦ ਦੂਸਰੇ ਲੋਕਾਂ ਤੋਂ ਵੀ ਅਸੈਸਮੈਂਟ ਲਗਾਈ ਹੋਗੇ ਕਿ ਪੰਜਾਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਮੋਦੀ ਵੇਵ ਨਜ਼ਰ ਨਹੀਂ ਆਉਂਦੀ ਲੋਕਾਂ ਨੂੰ, ਕੋਈ ਇਸ ਤਰ੍ਹਾਂ ਦਾ ਪ੍ਰਭਾਵ ਨਜ਼ਰ ਨਹੀਂ ਆਉਂਦਾ ਜਿਹਦੇ ਨਾਲ ਜੋ ਬਕਾਇਆ ਹਿੰਦੁਸਤਾਨ ਦੇ ਵਿੱਚ ਸ਼ਾਇਦ ਹਰਿਆਣੇ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਲੋਕਾਂ ਨੂੰ ਨਜ਼ਰ ਆਇਆ ਹੋਊਗਾ। ਪੰਜਾਬ ਦੇ ਵਿੱਚ ਜਿਹੜੇ ਆਮ ਬਰਨਿੰਗ ਇਸ਼ੂਜ਼ ਨੇ ਲੋਕਾਂ ਦੇ ਇੱਥੇ ਲੋਕਲਾਈਜ਼ ਉਹਨਾਂ ਨੂੰ ਲੈ ਕੇ ਜ਼ਿਆਦਾ ਚੋਣ ਮਗੀ ਹੋਈ ਹੈ। ਔਰ ਮੇਰਾ ਇਹ ਮੰਨਣਾ ਵਾ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਔਰ ਅੰਬਿਕਾ ਸੋਨੀ ਔਰ ਸੁਨੀਲ ਜਾਖੜ ਪ੍ਰਤਾਪ ਬਾਜਵਾ ਜਿਹੜੇ ਸਾਡੀ ਪਾਰਟੀ ਦੇ ਹੈਵੀ ਵੇਟਸ ਗਿਣੇ ਜਾਂਦੇ ਨੇ, ਜਿਸ ਦਿਨ ਹਾਈ ਕਮਾਂਡ ਨੇ ਇਹ ਸਟ੍ਰੈਟਜੀ ਅਪਣਾ ਕੇ ਇਹਨਾਂ ਨੂੰ ਅਨਾਉਂਸ ਕੀਤਾ, ਉਸ ਦਿਨ ਤੋਂ ਇੱਕਦਮ ਇੱਕ ਤਬਦੀਲੀ ਆਈ ਪੰਜਾਬ ਦੀ ਚੋਣ ਵਿੱਚ ਔਰ ਅਕਾਲੀਆਂ ਨੂੰ ਬੜਾ ਭਾਰੀ ਸਾਹਮਣਾ ਔਰ ਬੜਾ ਉਤਸ਼ਾਹ ਕਾਂਗਰਸ ਵਰਕਰਸ ਵਿੱਚ ਵਧਿਆ ਹੋਇਆ। ਇਹ ਜਿਹੜਾ ਇੰਪੈਕਟ ਪਿਆ ਇਹ ਮੈਂ ਦਾਅਵੇ ਨਾਲ ਕਹਿ ਸਕਦਾ, ਬਾਕੀ ਤਾਂ ਚਲੋ ਗੁਰੂ ਸਾਹਿਬ ਜਾਂ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਸਾਰਾ ਕੁਝ, ਲੇਕਿਨ ਆਈ ਕੈਨ ਸੇ ਵਿਦ ਲੋਟ ਆਫ ਕੌਨਫੀਡੈਂਸ ਦੈਟ ਕਾਂਗਰਸ ਪਾਰਟੀ ਪੰਜਾਬ ਦੀ 13 ਚੋਂ ਘੱਟੋ ਘੱਟ 8 ਤੋਂ 10 ਸੀਟਾਂ ਜਿੱਤੇਗੀ। 8 ਤਾਂ ਅਸੀਂ ਪਿਛਲੀ ਵਾਰੀ ਜਿੱਤੇ ਹੋਏ ਸੀ ਜੀ, ਲੇਕਿਨ ਤਾਂ ਉਹਨਾਂ ਨੂੰ ਅਸੀਂ ਮੇਨਟੇਨ ਕਰਾਂਗੇ ਜੀ। ਇੱਕ ਅਸੀਂ ਡੈਫੀਨੇਟਲੀ ਇਹਨਾਂ ਦੇ ਵਿੱਚ ਇਜ਼ਾਫਾ ਕਰਾਂਗੇ। ਇਸ ਤਰ੍ਹਾਂ ਦਾ ਪ੍ਰਭਾਵ ਲੋਕਾਂ ਦੇ ਵਿੱਚ ਮਿਲ ਰਿਹਾ। ਮੈਨੂੰ 2 ਦਿਨ ਬਠਿੰਡੇ ਜਾਣ ਦਾ ਮਿਲਿਆ ਮੌਕਾ, ਅਗਲੇ ਤੁਹਾਡੇ ਪ੍ਰੋਗਰਾਮ ਦੇ ਹਿੱਸੇ ਵਿੱਚ ਮੈਂ ਉਹਦੇ ਵਿੱਚ ਹੋਰ ਵੀ ਇਜ਼ਾਫਾ ਕਰ ਸਕਦਾ। ਬਹੁਤ ਜ਼ਬਰਦਸਤ ਵਿਦਰੋਹ ਤੇ ਰੋਸ ਤੇ ਗਿਲਾ ਹੈ ਲੋਕਾਂ ਪੰਜਾਬ ਦੇ ਵੋਟਰਾਂ ਦੇ ਮਨ ਵਿੱਚ। ਮੈਂ ਇਹਦੇ 'ਚ ਇੱਕ ਗੱਲ ਤੁਸੀਂ ਜਿਹੜਾ ਨੁਕਤਾ ਇੱਕ ਦਿੱਤਾ ਹੈ ਉਹ ਇਹਦੇ 'ਚ ਮੇਰੇ ਕੋਲ ਛੋਟੇ ਛੋਟੇ 2 ਸਵਾਲ ਹੈਗੇ ਤੁਹਾਡੇ ਲਈ, ਕਿਉਂਕਿ ਤੁਸੀਂ ਖੁਦ ਰਾਜਨੀਤੀ ਦੇ ਵਿੱਚ ਪੂਰੀ ਤਰ੍ਹਾਂ ਖੁੱਬੇ ਹੋਏ ਹੋ। ਤੁਸੀਂ ਜ਼ਿਕਰ ਕੀਤਾ ਹੈ ਕਿ ਐਂਟੀ ਇਨਕੰਬੈਂਸੀ ਵੋਟ, ਤੇ ਤੁਹਾਡੇ ਕਹਿਣ ਮੁਤਾਬਕ ਜਿਹੜੀ ਇਹ ਫੈਕਟਰ ਹੈ ਜਿਹੜਾ ਇੱਕ ਕਿਸਮ ਦਾ, ਇਹ ਤਾਂ ਇੱਕ ਕਿਸਮ ਦਾ ਯੂਨੀਵਰਸਲ ਫੈਕਟਰ ਹੁੰਦਾ ਹੈ ਐਂਟੀ ਇਨਕੰਬੈਂਸੀ ਹੋਣਾ, ਪਰ ਕੀ ਇਹਦਾ ਮਤਲਬ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਾਰੇ ਐਂਟੀ ਇਨਕੰਬੈਂਸੀ ਨਹੀਂ ਹੋਏਗਾ? ਲਾਂਬਾ ਸਾਹਿਬ ਕੰਪੈਰੀਟਿਵਲੀ ਬਿਲੀਵ ਯੂ ਮੀ ਕੰਪੈਰੀਟਿਵਲੀ ਬਹੁਤ ਘੱਟ ਹੈ, ਕਿਉਂਕਿ ਪੰਜਾਬ ਦਾ ਐਂਟੀ ਇਨਕੰਬੈਂਸੀ ਇੰਨਾ ਸਟਰੋਂਗ ਆ ਕਿ ਇੱਥੇ ਸੁਖਬੀਰ ਸਿੰਘ ਬਾਦਲ ਔਰ ਬਿਕਰਮਜੀਤ ਸਿੰਘ ਮਜੀਠੀਆ, ਮੈਂ ਹੈਰਾਨ ਹੋਇਆ, ਮੈਂ ਬਠਿੰਡੇ ਸਾਰੇ ਘੁੰਮ ਕੇ ਆਇਆ, ਉਹਨਾਂ ਨੇ ਆਪ ਹੀ ਆਪਣੇ ਕੈਂਪੇਨ ਚੋਂ ਸੁਖਬੀਰ ਬਾਦਲ ਦੀਆਂ ਫੋਟੋਆਂ ਹੀ ਹਟਾਤੀਆਂ ਜੀ। ਤੁਸੀਂ ਆਪ ਚੈੱਕ ਕਰ ਲਓ ਬਠਿੰਡੇ ਸ਼ਹਿਰ ਚੋਂ, ਬਠਿੰਡੇ ਦੇ ਪਿੰਡਾਂ ਚੋਂ, ਉੱਥੇ ਕੇਵਲ ਵੱਡੇ ਬਾਦਲ ਸਾਹਿਬ ਦੀ ਤੇ ਹਰਸਿਮਰਤ ਕੌਰ ਦੀ ਫੋਟੋ ਚੱਲ ਰਹੀ ਹੈ। ਲੋਕਾਂ ਨੂੰ ਇੰਨਾ ਗੁੱਸਾ ਵਾ ਕਿ ਇਹਨਾਂ ਲੋਕਾਂ ਨੇ ਜੋ ਸਾਡੇ ਜਿਹੜੇ ਇੰਪੋਰਟੈਂਟ ਟ੍ਰੇਡ ਸੀ ਪੰਜਾਬ ਦੇ, ਚਾਹੇ ਉਹ ਮਾਈਨਿੰਗ ਦੀ ਗੱਲ ਕਰ ਲਈਏ ਆਪਾਂ, ਰੇਤਾ ਬਜਰੀ ਦੀ ਗੱਲ ਕਰ ਲਓ, ਸਾਰੇ ਦਰਿਆਵਾਂ ਦੇ ਉੱਤੇ ਇਹਨਾਂ ਲੋਕਾਂ ਦਾ ਕਬਜ਼ਾ ਜੀ। ਆਮ ਆਦਮੀ ਇੱਕ ਟਰਾਲੀ ਨਹੀਂ ਭਰ ਸਕਦਾ, 8 ਤੋਂ ਲੈ ਕੇ 10 ਹਜ਼ਾਰ ਤੱਕ ਰੇਤਾ ਦੀ ਟਰਾਲੀ ਪੰਜਾਬ ਤੇ ਸਾਰੀਆਂ ਵੱਡੀਆਂ ਪੰਜਾਬ ਜਿਹੜੀਆਂ ਬੱਸਾਂ ਟਰਾਂਸਪੋਰਟ ਨੇ, ਜਿਹੜੀ 1 ਕਰੋੜ 1.5 ਕਰੋੜ ਦੀ ਬੱਸਾਂ ਚੱਲ ਰਹੀਆਂ, ਜਿਹੜੀਆਂ ਵੋਲਵੋ ਔਰ ਮਰਸੀਡੀਜ਼ ਆ, ਕਿਹੜੇ ਦੀ ਤਾਦਾਦ ਵਿੱਚ ਕੱਲੇ ਸੁਖਬੀਰ ਸਿੰਘ ਬਾਦਲ ਦੀਆਂ। ਤੁਸੀਂ ਜਦੋਂ 에ਅਰਪੋਰਟ ਤੋਂ ਉਤਰਦੇ ਨੇ NRI ਭਰਾ ਮੇਰੇ, ਨਾਓ ਯੂ ਵਿਲ ਸੀ ਜਿਹੜੀ ਇੰਡੋ ਕੈਨੇਡੀਅਨ ਬੱਸ ਸਰਵਿਸ ਹੈਗੀ ਨਾ ਜੀ, ਉਸ ਨੂੰ ਇਹਨਾਂ ਨੇ ਦੇ ਹੈਵ ਟੇਕਨ ਓਵਰ ਦ ਬੱਸ ਕੰਪਨੀ ਐਂਡ ਉਹਦੀ ਬੱਸਿਸ ਨੂੰ ਦੁਬਾਰਾ ਉਹਨਾਂ ਨੇ ਰੀਆਰਗਨਾਈਜ਼ ਕੀਤਾ। ਮੇਰਾ ਖਿਆਲ ਜਿੱਦਾਂ ਆਪਾਂ ਕਹਿ ਸਕਦੇ ਹਾਂ ਆਪਣੇ 에ਅਰਕ੍ਰਾਫਟ ਦੀਆਂ ਸੀਟਸ ਹੁੰਦੀਆਂ ਜਿਹੜੀਆਂ ਬਿਜ਼ਨਸ ਕਲਾਸ ਦੀਆਂ ਜਾਂ ਫਰਸਟ ਕਲਾਸ ਦੀਆਂ, ਉਹਦੋਂ ਵੀ ਵਧੀਆ ਸੀਟਸ ਬਣਾ ਕੇ ਬੱਸਿਸ ਨੂੰ ਚਲਾ ਰਹੇ ਨੇ। ਔਰ ਸਾਰਾ ਬਲਕ ਲਿਕਰ ਦਾ ਵਪਾਰ, ਰੀਅਲ ਏਸਟੇਟ ਦਾ ਵਪਾਰ, ਪੀਪਲ ਆਰ ਇਨ ਐਂਗੁਇਸ਼, ਯੂ ਨੋ, ਪੀਪਲ ਆਰ, ਮੈਂ ਇਕੱਲਾ ਪੁਲਾਤ ਨਹੀਂ ਬਲਕਿ ਬਠਿੰਡੇ ਦੇ ਵਿੱਚ ਕਹਿ ਸਕਦਾ ਕਿ ਇਹਨਾਂ ਦੇ ਨੱਕ ਦੇ ਥੱਲੇ ਮੈਨੂੰ ਉਮੀਦ ਸੀ ਕਿ ਸ਼ਾਇਦ ਲੋਕ ਡਰਦੇ ਹੋਣਗੇ ਇਹਨਾਂ ਤੋਂ, ਲੇਕਿਨ ਬਗਾਵਤ ਦੀ ਮੂਡ ਵਿੱਚ ਨੇ। ਬਹੁਤ ਸਾਰੇ ਪਿੰਡਾਂ 'ਚ ਇਹਨਾਂ ਨੂੰ ਵੜਨ ਨਹੀਂ ਦਿੱਤੇ ਜਾ ਰਹੇ। ਅਕਾਲੀਆਂ ਦੇ ਖਿਲਾਫ ਬੋਰਡ ਲਾਏ ਹੋਏ ਨੇ ਲੋਕਾਂ ਨੇ ਫਰੀਦਕੋਟ ਬਠਿੰਡੇ ਦੇ ਵਿੱਚ ਕਿ ਇਹਨਾਂ ਪਿੰਡਾਂ 'ਚ ਅਕਾਲੀਆਂ ਨੂੰ ਆਉਣਾ ਮਨਾ ਹੈ। So there is this anti-incumbency is strongly beating the anti-incumbency against the Congress government at the center. ਜਿਹੜੀ ਇਹ ਤੁਸੀਂ ਸੈਂਟਰ ਔਰ ਸਟੇਟ ਦੀ ਗੱਲ ਕਰ ਰਹੇ ਹੋ, ਸੈਂਟਰ ਬਲਕਿ ਹੈ ਨਹੀਂ, ਇਟਸ ਅ ਮਿਥ, ਐਕਚੁਅਲੀ ਤਾਂ ਯੂਨੀਅਨ ਆਫ ਸਟੇਟਸ ਹੈ, ਪਰ ਇਹਨੂੰ ਬਾਰ-ਬਾਰ ਕੇਂਦਰ ਕਹਿ ਕੇ ਉਸ ਚੀਜ਼ ਨੂੰ ਝੁਠਿਆਇਆ ਜਾਂਦਾ ਹੈ। ਸੋ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਤੁਹਾਡੀ ਸੈਂਟਰਲ ਲੀਡਰਸ਼ਿਪ ਨੇ ਇਹ ਜਦੋਂ ਸਾਰੇ ਫੈਸਲੇ ਕਰਕੇ ਕੀਤਾ, ਤੇ ਕੀ ਬਿਲਕੁਲ ਉਸੇ ਤਰ੍ਹਾਂ ਦੀ ਹਾਲਤ ਨਹੀਂ ਹੋ ਗਈ ਜਿਵੇਂ ਤੇਲਗੂ ਦੇਸ਼ਮ ਪਾਰਟੀ ਜਦੋਂ ਬਣੀ ਸੀ ਤਾਂ ਉਹਨਾਂ ਦੇ ਆਗੂ ਕਹਿੰਦੇ ਹੁੰਦੇ ਸੀ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਫੈਸਲੇ ਦਿੱਲੀ ਤੋਂ ਹੋਣ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਹਰ ਕੰਮ ਲਈ ਦਿੱਲੀ ਜਾਣਾ ਪਵੇ, ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਛੋਟੇ-ਛੋਟੇ ਕੰਮਾਂ ਲਈ ਦਿੱਲੀ ਤੋਂ ਪ੍ਰਵਾਨਗੀ ਲੈਣੀ ਪਵੇ, ਫਿਰ ਤੁਸੀਂ ਵੋਟ ਕਾਂਗਰਸ ਨੂੰ ਪਾਓ। ਕੀ ਤੁਸੀਂ ਕਿਧਰੇ ਉਸ ਵੱਲ ਦੀ ਨਹੀਂ ਇਸ਼ਾਰਾ ਕਰ ਰਹੇ ਕਿ ਹੁਣ ਤੁਹਾਡੇ ਜਿਹੜੇ ਲੋਕਲ ਯੂਨਿਟ ਬਿਲਕੁਲ ਅਸਮਰਥ ਹੋ ਗਈ ਤੇ ਸਾਰੇ ਫੈਸਲੇ ਦਿੱਲੀ ਤੋਂ ਹੋ ਰਹੇ ਆ?
ਇਹ ਸਾਡੇ ਤੇ ਜੀ ਕਾਂਗਰਸ ਪਾਰਟੀ ਦਾ ਸਾਨੂੰ ਥੋੜਾ ਮੰਨਣਾ ਚਾਹੀਦਾ ਵਾ ਕਿ ਆਵਰ ਹਾਈ ਕਮਾਂਡ ਇਜ਼ ਬੇਸਡ ਐਟ ਦਿੱਲੀ ਜੀ। ਸਾਡੀ ਪਾਰਟੀ ਦੇ ਜਿਹੜੇ ਫੈਸਲੇ ਸੀਗੇ ਉਹ ਤਾਂ ਸ਼ੁਰੂ ਤੋਂ ਹੀ, ਅੱਜ ਤੋਂ ਨਹੀਂ, ਹਾਂਜੀ, ਹੈਵ ਆਲਵੇਜ਼ ਬੀਨ ਇਨ ਦੀ ਹੈਂਡਸ ਆਫ ਦ ਲੀਡਰਸ ਐਟ ਦਿੱਲੀ ਜੀ। ਜਿਹੜਾ ਤੁਸੀਂ ਡੀਸੈਂਟਰਲਾਈਜੇਸ਼ਨ ਆਫ ਪਾਵਰਸ ਦੀ ਕਰਦੇ, ਬਾਦਲ ਸਾਹਿਬ ਨੇ ਬਹੁਤ ਰੌਲਾ ਪਾਇਆ ਜੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ। ਲਾਂਬਾ ਸਾਹਿਬ, ਆਈ ਵਿਲ ਪੁੱਟ ਵਨ ਪੁਆਇੰਟ ਹੇਅਰ, ਹਾਂਜੀ, ਜਿਨ੍ਹਾਂ ਦਾ ਇਹ ਸਹਿਯੋਗ ਦੇ ਰਹੇ ਨੇ, ਹਾਂਜੀ, ਬੀਜੇਪੀ, ਭਾਰਤੀ ਜਨਤਾ ਪਾਰਟੀ ਜੀ। ਅਗਰ ਤੁਸੀਂ ਉਹਨਾਂ ਦੇ ਦੋ ਇੰਪੋਰਟੈਂਟ ਮੈਨੀਫੈਸਟੋ ਦੇ ਪੁਆਇੰਟਸ ਤੇ ਨਿਗਾਹ ਮਾਰੋ, ਯੂ ਵਿਲ ਕਮ ਟੂ ਨੋ ਕਿ ਇਹ ਬੀਜੇਪੀ ਬਹੁਤ ਹਾਈਲੀ ਸੈਂਟਰਲਾਈਜ਼ਡ ਪਾਰਟੀ ਹੈ ਜੀ। ਨੰਬਰ 1 ਜੀ, ਉਹ ਕਹਿੰਦੇ ਨੇ ਯੂਨੀਫਾਰਮ ਸਿਵਲ ਕੋਡ ਜੀ, ਕਿ ਜਿਹੜੇ ਪਰਸਨਲ ਲਾਜ਼ ਹੋਣਗੇ ਸਾਰੀ ਕਮਿਊਨਿਟੀਜ਼ ਦੇ, ਵੈਦਰ ਦੇ ਆਰ ਸਿੱਖਸ, ਮੁਸਲਿਮਸ ਔਰ ਕ੍ਰਿਸਚੀਅਨ, ਹਿੰਦੂਸ, they will be governed by one uniform civil code ਜੀ। ਸਿੱਖ ਤਾਂ ਉਹਦੇ ਵਿੱਚ ਅਸੀਂ ਆਪਣਾ ਆਨੰਦ ਕਾਰਜ ਮੰਗ ਰਹੇ ਹਾਂ ਜੀ, ਸਾਡਾ ਬਹੁਤ ਵੱਡਾ ਇੱਕ ਡਿਮਾਂਡ ਹੈ ਜੀ। ਇਸੇ ਤਰ੍ਹਾਂ ਹੀ ਬੀਜੇਪੀ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਐਬਰੋਗੇਸ਼ਨ ਆਫ ਆਰਟੀਕਲ 370 ਜੀ, ਜਿਹੜਾ ਕਿ ਇੱਕ ਵਿਸ਼ੇਸ਼ ਪਾਵਰਸ, ਵੱਧ ਅਧਿਕਾਰ ਦਿੱਤੇ ਹੋਏ ਨੇ ਜੰਮੂ ਕਸ਼ਮੀਰ ਨੂੰ ਜੀ। ਜੀ, ਅਗਰ ਅਸੀਂ ਸੱਤਾ ਵਿੱਚ ਆਏ ਤਾਂ ਬੀਜੇਪੀ ਕਹਿੰਦੀ ਆ ਕਿ ਅਸੀਂ ਆਰਟੀਕਲ 370 ਤੇ ਨਜ਼ਰਸਾਨੀ ਕਰਾਂਗੇ, ਇਸ ਨੂੰ ਐਬਰੋਗੇਟ ਕਰਾਂਗੇ, ਖਤਮ ਕਰਾਂਗੇ ਜੀ। ਇਹਦਾ ਮਤਲਬ ਹੋਰ ਸੈਂਟਰਲਾਈਜ਼ ਕਰ ਰਹੇ ਨੇ ਪਾਵਰਸ ਆਪਣੇ ਨਾਲ ਜੀ। ਔਰ ਤੀਸਰਾ ਇੰਟਰਲਿੰਕਿੰਗ ਆਫ ਰਿਵਰ ਵਾਟਰਸ, ਨੈਸ਼ਨਲਾਈਜੇਸ਼ਨ ਆਫ ਰਿਵਰਸ ਆਫ ਇੰਡੀਆ ਜੀ। ਪੰਜਾਬ ਤਾਂ ਬੜੇ ਅਰਸੇ ਤੋਂ ਲੜਾਈ ਲੜ ਰਿਹਾ ਕਿ ਅਸੀਂ, ਸਾਡੇ ਰਾਈਪੇਰੀਅਨ ਲਾਜ਼ ਦਾ ਧੱਕਾ ਹੋਇਆ ਜੀ, ਸਾਡਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਜੀ। ਬੀਜੇਪੀ ਕਹਿੰਦੀ ਅਸੀਂ ਇੰਟਰਲਿੰਕਿੰਗ ਕਰ ਦੇਂਗੇ, ਨੈਸ਼ਨਲਾਈਜ਼ ਕਰ ਦੇਂਗੇ ਸਾਰੀ ਰਿਵਰ। Therefore, there is complete contradiction ਜੀ। ਜਿੱਥੋਂ ਤੱਕ ਵੱਧ ਅਧਿਕਾਰਾਂ ਦੀ ਮੰਗ ਬਾਦਲ ਸਾਹਿਬ ਦੀ ਆ, ਉਹ ਤਾਂ ਬੀਜੇਪੀ ਦਾ ਹੋਰ ਅਧਿਕਾਰਾਂ ਨੂੰ ਕੇਂਦਰਿਤ ਸੈਂਟਰ ਵਿੱਚ ਕਰੇਗੀ। ਬਿਲਕੁਲ, ਤੁਸੀਂ ਇਹ ਜਿਹੜੇ ਪੁਆਇੰਟ ਬੜਾ ਚੰਗਾ ਕੀਤਾ, ਮੈਂ ਇਹੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਤੁਸੀਂ ਇੱਕ ਗੱਲ ਕੀਤੀ ਹੈ ਯੂਨੀਫਾਰਮ ਸਿਵਲ ਕੋਡ ਦੀ, ਦੂਜੀ ਧਾਰਾ 370 ਦੀ, ਤੇ ਤੀਜਾ ਰਾਈਪੇਰੀਅਨ ਪ੍ਰਿੰਸੀਪਲ ਦੇ ਖਿਲਾਫ ਰਿਵਰ ਵਾਟਰ ਦੇ ਬਾਰੇ, ਜਿਹੜਾ ਇੰਟਰਲਿੰਕਿੰਗ ਆਫ ਰਿਵਰਸ ਸਾਰੇ ਦੇਸ਼ ਦੀਆਂ, ਜਿਹਦੇ ਤੇ ਕੈਪਟਨ ਸਾਹਿਬ ਦਾ ਫੈਸਲਾ ਅਸੈਂਬਲੀ ਦੇ ਵਿੱਚ ਪਾਸ ਕਰਨਾ ਇੱਕ ਬੜਾ ਵੱਡਾ ਇੱਕ ਕਦਮ ਸੀ, ਜਿਹੜਾ ਪੰਜਾਬ ਦੇ ਹਿੱਤ ਵਿੱਚ ਸੀ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਯੂਨੀਫਾਰਮ ਸਿਵਲ ਕੋਡ ਦੀ, ਉਹਨਾਂ ਦਾ ਬੇਸਿਕ ਇਹ ਹੈਗਾ ਕਿ ਮੁਸਲਮਾਨ ਵੀ ਉਸੇ ਯੂਨੀਫਾਰਮ ਸਿਵਲ ਕੋਡ ਦੇ ਅਧੀਨ ਆ ਜਾਣ। ਪਰ ਖਹਿਰਾ ਸਾਹਿਬ, ਜਿਹੜੇ ਸਿੱਖ ਹਨ ਉਹਨਾਂ ਦੇ ਲਈ ਤੇ ਯੂਨੀਫਾਰਮ ਸਿਵਲ ਕੋਡ ਕਾਂਗਰਸ ਸਰਕਾਰ ਨੇ ਥੋਪ ਹੀ ਦਿੱਤਾ ਹੈ, ਉਹਨਾਂ ਦੇ ਸਾਰੇ ਪਰਸਨਲ ਲਾ ਖਤਮ ਕਰ ਦਿੱਤੇ, ਔਰ ਇਹ ਸਾਰੀ ਜਦੋਜਹਿਦ 1947 ਤੋਂ ਹੁਣ ਤੱਕ ਲੜਦੇ ਆ ਰਹੇ ਹੈ ਕਿ ਸਾਨੂੰ ਇਸ ਯੂਨੀਫਾਰਮ ਸਿਵਲ ਕੋਡ ਦੇ ਵਿੱਚੋਂ ਬਾਹਰ ਕੱਢਿਆ ਜਾਏ। ਸੋ ਦੂਜੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਇਹ ਰਿਵਰ ਵਾਟਰ, ਦੂਜੀ ਤੁਸੀਂ ਕਿਹਾ ਕਿ ਪੰਜਾਬ ਲੜਾਈ ਲੜ ਰਿਹਾ ਹੈ, ਪੰਜਾਬ ਲੜਾਈ ਲੜ ਰਿਹਾ ਸੀ ਕਿ ਅਕਾਲੀ ਦਲ ਲੜ ਰਿਹਾ ਸੀ ਅਗੇਂਸਟ ਕਾਂਗਰਸ, ਜਾਂ ਕਾਂਗਰਸ ਸੈਂਟਰਲ ਗਵਰਨਮੈਂਟ ਦੀ? ਦੇਖੋ, SYL ਦੇ ਨਹਿਰ ਦਾ ਮੁੱਦਾ ਬਹੁਤ ਭਾਵੁਕ ਮੁੱਦਾ, ਇਹਦੇ ਤੇ ਮੋਰਚੇ ਲੱਗੇ ਤੇ ਜਿਵੇਂ ਕਹਿ ਰਿਹਾ ਕਿ ਬਹੁਤ ਸਾਰੀਆਂ ਜਾਨਾਂ ਗਈਆਂ, ਬਹੁਤ ਸਾਰੀ ਜੇਲ੍ਹਾਂ ਭਰੀਆਂ ਗਈਆਂ। ਇਸ਼ੂ ਤਾਂ ਅਕਾਲੀ ਦਲ ਨੇ ਰੇਜ਼ ਕੀਤਾ ਸੀ, ਦੇयर ਇਜ਼ ਨੋ ਡਾਊਟ ਅਬਾਊਟ ਦੈਟ, ਲੇਕਿਨ ਇਸ ਇਸ਼ੂ ਨੂੰ ਕਲਿੰਚ ਜਿਹੜਾ ਹੈ ਉਹ ਕਾਂਗਰਸ ਗਵਰਨਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਦ ਉਹਨਾਂ ਦੀ ਸਰਕਾਰ ਸੀ 2002 ਤੋਂ ਲੈ ਕੇ 2007 ਤੱਕ। ਅਦਰਵਾਈਜ਼ ਬਾਈ ਨਾਓ we would have lost this water ਹਾਂਜੀ। ਔਰ ਜਿਹੜਾ ਉਹਨਾਂ ਨੇ ਉਸ ਲਾਅ ਨੂੰ ਜਿਹੜਾ ਬਣਾ ਕੇ ਔਰ ਸਾਰੇ ਜਿਹੜੇ ਇਸ਼ੂ ਸੀਗੇ ਬਾਦਲ ਸਾਹਿਬ ਨੂੰ ਸਾਹਮਣੇ ਵਿਧਾਨ ਸਭਾ ਵਿੱਚ ਬਿਠਾ ਕੇ, ਹਾਂਜੀ, what I can say is ਕਿ ਕਾਂਗਰਸ has played a very vital role ਜੀ। ਜੀ ਜੀ, ਪਰਸਨਲ ਲਾਜ਼ ਦੀ ਗੱਲ ਕੀਤੀ ਹੈ ਜੀ, ਅਸੀਂ ਸਾਰੇ ਮਿਲ ਕੇ ਔਰ ਸਾਡੇ ਜਿਹੜੇ ਮੈਂਬਰਸ ਪਾਰਲੀਮੈਂਟ, we are all supportive of Anand Marriage Act ਜੀ, and ਉਹ ਹੁਣ ਕਾਫੀ ਉਹਦਾ ਪੜਾਅ ਤੈਅ ਹੋ ਚੁੱਕਾ, and shortly we will be able to achieve this complete comprehensive Anand Marriage Act as well ਜੀ। ਖਹਿਰਾ ਸਾਹਿਬ, ਆਨੰਦ ਮੈਰਿਜ ਐਕਟ ਤਾਂ ਕੇਵਲ ਇੱਕ ਐਕਟ ਹੈ, ਹਿੰਦੂ ਸਕਸੈਸ਼ਨ ਐਕਟ ਹੈ, ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਹੈ, HUF ਹੈ, ਇਨਕਮ ਟੈਕਸ ਦੇ ਵਿੱਚ ਹੈ, ਪਰ ਇਹਨਾਂ ਸਾਰਿਆਂ ਦੀ ਜੜ ਜਿਹੜੀ ਹੈ ਉਹ ਤਾਂ ਧਾਰਾ 25 ਹੈ, ਜਿਹਦੇ ਬਾਰੇ ਹੁਣ ਵੈਂਕਟਾ ਚਲਈਆ ਨੇ ਵੀ ਕਹਿ ਦਿੱਤਾ ਹੋਣੀ ਚਾਹੀਦੀ ਹੈ। ਤੇ ਕੀ ਤੁਸੀਂ ਇਹ ਯਕੀਨ ਦਿਵਾਉਂਦੇ ਹੋ ਕਿ ਤੁਹਾਡੇ ਜਿਹੜੇ MPs ਜਾਣਗੇ ਉਹ ਇਸ ਹੱਕੀ ਮੰਗ ਦੇ ਬਾਰੇ ਉਹ ਆਵਾਜ਼ ਉਠਾਣਗੇ? ਦੇਖੋ, ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਕਿਰਦਾਰ ਨੂੰ ਤੁਸੀਂ ਸਾਰੇ ਲੋਕ ਜਾਣਦੇ ਹੋ ਜੀ। He has even ਪਾਣੀਆਂ ਦੇ ਮਸਲੇ ਤੇ he had taken a very strong stand ਜੀ। ਭਾਵੇਂ ਉਹਨਾਂ ਨੇ ਜਦੋਂ ਮੁੱਖ ਮੰਤਰੀ ਹੁੰਦਾ ਕਿਸੇ ਸੈਂਟਰਲ ਹਾਈ ਕਮਾਂਡ ਕਿਸੇ ਲੀਡਰਸ਼ਿਪ ਨੂੰ ਪੁੱਛਿਆ ਨਹੀਂ, ਕਿਉਂਕਿ ਪੰਜਾਬ ਦੇ ਹਿੱਤ ਦੀ ਗੱਲ। ਬਿਲਕੁਲ ਬਿਲਕੁਲ। ਜਦੋਂ ਹੁਣ ਜਦੋਂ ਸਿੱਖਾਂ ਦੀ ਲਾਜ਼ ਦੀ ਗੱਲ ਆਵੇਗੀ
ਆਮ ਵੈਰੀ ਸ਼ੋਰ ਕਿ ਜਿਹੜੇ ਮੈਂਬਰ ਸਾਡੇ ਜਾ ਰਹੇ ਨੇ ਪਾਰਲੀਮੈਂਟ ਦੇ ਵਿੱਚ ਜਾਣਗੇ ਜੀ, ਦੇ ਵਿਲ ਟੇਕ ਅਪ ਆਲ ਥੀਸ ਇਸ਼ੂਜ਼ ਵੈਰੀ ਇਫੈਕਟਿਵਲੀ। ਲੇਕਿਨ ਜਿਹੜੀ ਕੰਟਰਡਿਕਸ਼ਨ ਤੁਸੀਂ ਆਪ ਹੀ ਹੁਣੇ ਜ਼ਿਕਰ ਕੀਤਾ ਆਰਟੀਕਲ 25 ਕਲੌਜ਼ 2 ਦਾ ਜੀ, ਜਿਹਦੇ ਬੇਸਿਕ ਤੌਰ ਤੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ 'ਚ ਲਿਖਿਆ ਗਿਆ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨੇ ਜੀ, ਤੇ ਬਾਦਲ ਸਾਹਿਬ ਨੂੰ ਤੁਹਾਨੂੰ ਯਾਦ ਕਰਾਉਣ ਦੀ ਲੋੜ ਨਹੀਂ, 80 ਦੇ ਦਹਾਕੇ ਵਿੱਚ ਬਾਦਲ ਸਾਹਿਬ ਨੇ ਪਾਰਲੀਮੈਂਟ ਦੇ ਮੂਹਰੇ ਜਾ ਕੇ ਸੰਵਿਧਾਨ ਦੀ ਕਾਪੀ ਦੀ ਧਾਰਾ 25 ਸਾੜੀ ਹੋਈ ਹੈ ਜੀ, ਹਾਂਜੀ, ਬਿਲਕੁਲ ਦੁਬਾਰਾ ਭਾਰਤੀ ਜਨਤਾ ਪਾਰਟੀ ਦਾ ਜਦੋਂ ਮੈਨੀਫੈਸਟੋ ਜਾਂ ਰਾਜ ਆਉਂਦਾ, ਐਨਡੀਏ ਦਾ ਰਾਜ ਰਿਹਾ 1999 ਤੋਂ ਲੈ ਕੇ 2004 ਤੱਕ ਵਾਜਪਾਈ ਸਾਹਿਬ ਦੀ ਸਰਕਾਰ ਸੀਗੀ, ਸੁਖਬੀਰ ਸਿੰਘ ਬਾਦਲ ਉਹਦੇ ਵਿੱਚ ਵਜ਼ੀਰ ਸੀਗੇ, ਅਕਾਲੀ ਭਾਈਵਾਲ ਸੀਗੇ, ਲੇਕਿਨ ਦੇ ਡਿਡ ਨਥਿੰਗ ਟੂ ਰੇਜ਼ ਦਿਸ ਇਸ਼ੂ ਕਿ ਅਸੀਂ ਜੀ ਆਰਟੀਕਲ 25 ਦੇ ਵਿੱਚ ਅਮੈਂਡਮੈਂਟ ਚਾਹੁੰਦੇ ਆ, ਇੱਕ ਵੱਖਰੀ ਕੌਮ ਆ, ਸਿੱਖਾਂ ਦਾ ਆਨੰਦ ਮੈਰਿਜ ਐਕਟ ਬਣਨਾ ਚਾਹੀਦਾ, ਇਹਨਾਂ ਦੇ ਦੂਸਰੇ ਪਰਸਨਲ ਲਾਜ਼ ਬਣਨੇ ਚਾਹੀਦੇ। ਅਕਾਲੀਆਂ ਨੇ ਕਦੀ ਉਸ ਇਸ਼ੂ ਨੂੰ ਰੇਜ਼ ਨਹੀਂ ਕੀਤਾ, ਬਲਕਿ ਅੱਜ ਵੀ ਮੈਨੀਫੈਸਟੋ ਦੀ ਗੱਲ ਹੀ ਨਹੀਂ ਕਰਦੇ ਬਾਦਲ ਸਾਹਿਬ ਜੀ ਨਹੀਂ ਕਰਨਗੇ ਜੀ ਕਿ ਤੁਹਾਡਾ ਆਰਟੀਕਲ 25 ਦੇ ਜਾਂ ਸਿੱਖ ਵੱਖਰੀ ਕੌਮ ਹੈ, ਉਹ ਕਹਿੰਦੇ ਨਹੀਂ ਜੀ ਚਲੋ ਛੱਡੋ ਜੀ, ਇਹ ਪੁਰਾਣੀਆਂ ਗੱਲਾਂ ਹੋ ਗਈਆਂ ਜੀ, ਨੈਵਰ ਰੀਇਟਰੇਟ ਥੀਸ ਪੁਆਇੰਟਸ। ਚੰਡੀਗੜ੍ਹ ਦਾ ਲੈ ਲਓ ਤੁਸੀਂ, ਫਰਜ਼ ਕਰੋ ਚੰਡੀਗੜ੍ਹ ਅਕਾਲੀ ਜਾਂ ਇਕੱਲੇ ਅਕਾਲੀ ਨਹੀਂ, ਪੰਜਾਬ ਦੇ ਲੋਕ ਕਹਿੰਦੇ ਸਾਡੀ ਰਾਜਧਾਨੀ ਹੈ, ਲੇਕਿਨ ਪਿੱਛੇ ਜਦੋਂ ਕਿਰਨ ਖੇਰ ਜਿਹੜੀ ਉਹਨਾਂ ਦੀ ਕੈਂਡੀਡੇਟ ਸੀ ਬੀਜੇਪੀ ਦੀ, ਉਹਦੀ ਰੈਲੀ ਹੋਈ ਚੰਡੀਗੜ੍ਹ, ਮੋਦੀ ਆਇਆ ਜੀ, ਵੀਰ ਸਿੰਘ ਬਾਦਲ ਉੱਥੇ ਬੈਠਿਆ ਬਤੌਰ ਸਿੱਖ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕਿਰਨ ਖੇਰ ਨੇ ਉਹਦੇ ਸਾਹਮਣੇ ਇਹ ਕਿਹਾ ਕਿ ਅਗਰ ਲੋਗੋ ਤੁਸੀਂ ਮੈਨੂੰ ਵੋਟ ਪਾਓਗੇ, ਮੈਂ ਚੰਡੀਗੜ੍ਹ ਨੂੰ ਵੱਖਰਾ ਸਟੇਟ ਦਾ ਦਰਜਾ, ਮਤਲਬ ਵੱਖਰਾ ਸੂਬੇ ਦਾ ਦਰਜਾ, ਜਿੱਦਾਂ ਦਿੱਲੀ ਦਾ ਵੱਖਰਾ ਸੂਬਾ ਮਿਲਿਆ, ਉਹਨੂੰ ਮੈਂ ਇਸ ਸੂਬੇ ਦਾ ਦਰਜਾ ਦਵਾਉਂਗੀ। ਸੁਖਬੀਰ ਸਿੰਘ ਬਾਦਲ ਨੇ ਤਾੜੀਆਂ ਮਾਰੀਆਂ ਜੀ। ਨਾਓ ਯੂ ਟੈਲ ਮੀ, ਡੂ ਦੇ ਰੀਅਲੀ ਵਾਂਟ ਚੰਡੀਗੜ੍ਹ ਐਜ਼ ਅ ਕੈਪੀਟਲ অর ਨਾਟ? ਠੀਕ ਹੈ, ਨਹੀਂ ਉਹਦੇ ਵਿੱਚ ਕੋਈ ਦਿੱਕਤ ਨਹੀਂ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਡੀਸੀ ਪਾਵਟੇ ਜਿਹੜੇ ਪੰਜਾਬ ਦੇ ਗਵਰਨਰ ਸੀ, ਉਹਨਾਂ ਨੇ ਸਾਫ਼ ਕਿਹਾ ਹੈ ਕਿ ਜਦੋਂ ਇਹ ਰਾਜਨੀਤਿਕ ਜਿਹੜੇ ਇਸ਼ੂਜ਼ ਹੁੰਦੇ ਹੈ, ਜਦੋਂ ਇਹ ਪਾਵਰ ਵਿੱਚ ਆਉਂਦੇ ਹੈ ਤਾਂ ਪੋਲੀਟੀਕਲ ਪੈਰਾਲਿਸਿਸ ਹੋ ਜਾਂਦਾ, ਜਦੋਂ ਆਪੋਜੀਸ਼ਨ 'ਚ ਆਉਂਦੇ ਹੈ ਫਿਰ ਉਹ ਆਰਕਾਈਵ 'ਚੋਂ ਕੱਢ ਕੇ ਮਿੱਟੀ ਝਾੜ ਕੇ ਉਹਨੂੰ ਫਿਰ ਦੁਬਾਰਾ ਅੱਗੇ ਲੈ ਆਉਂਦੇ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਪਰ ਸਵਾਲ ਇਹ ਹੈਗਾ ਕਿ ਇਹ ਮੁੱਦੇ ਬੜੇ ਅਹਿਮ ਹੈ। ਕਾਂਗਰਸ ਦਾ ਜਿਹੜਾ ਰੋਲ ਹੈ, ਇਹ ਮੁੱਦੇ ਕ੍ਰੀਏਟ ਕੀਤੇ ਤੇ ਅਕਾਲੀ ਉਸ ਦੇ ਉੱਤੇ ਨਹੀਂ ਕੰਮ ਕਰਾ ਸਕੇ, ਪਰ ਗੱਲ ਤਾਂ ਦੋਨੋਂ ਪਾਸੇ ਤੋਂ ਹੈ, ਦੋਨਾਂ ਦਾ ਕੋਈ ਫਰਕ ਨਹੀਂ ਆ ਰਿਹਾ, ਕਾਂਗਰਸ ਦਾ ਤੇ ਅਕਾਲੀ ਦਲ ਦਾ। ਕਾਂਗਰਸ ਨੇ ਯੂਨੀਫਾਰਮ ਕੋਡ ਸਿੱਖਾਂ ਵਾਸਤੇ ਲਾਗੂ ਕੀਤਾ, ਅਕਾਲੀ ਉਸ ਦੇ ਖਿਲਾਫ ਵਿਰੋਧ ਨਹੀਂ ਕਰ ਸਕੇ। ਸੋ ਇਹ ਹਾਲਾਤ ਜਿਹੜੇ ਹੈ, ਇਹ ਇੱਕ ਬੜੀ ਦੁਬਿਧਾਜਨਕ ਜੀ ਸਥਿਤੀ ਹੈਗੀ ਹੈ। ਇਹਦੇ ਬਾਰੇ ਜੇ ਤੁਸੀਂ ਕੋਈ ਦੱਸ ਸਕੋ ਕਿ ਅੱਗੋਂ ਕੀ ਹੈ, ਕਿ ਆਮ ਲੋਕ ਇਸ ਤੋਂ ਕੀ ਕਿੱਦਾਂ ਨਿਜਾਤ ਪਾਉਣਗੇ? ਮੈਂ ਫਿਰ ਆਪਣੇ ਸਤਿਕਾਰਯੋਗ ਸਾਰੇ ਭਰਾਵਾਂ ਭੈਣਾਂ ਨੂੰ ਯਕੀਨ ਦਿਵਾ ਸਕਦਾ ਜੀ that times have changed। ਜਿਹੜਾ ਆਰਟੀਕਲ 25 ਕਲੌਜ਼ 2 ਬਣਿਆ 1947 ਦੇ ਵਿੱਚ ਜੀ, ਉਸ ਤੋਂ ਲੈ ਕੇ ਤੇ ਬੜਾ ਸਫ਼ਰ ਤੈਅ ਹੋ ਚੁੱਕਾ ਜੀ। ਹਾਂਜੀ, ਔਰ I am very sure ਕਿ ਜਿਹੜੀ ਸਾਡੀ ਮੈਂਬਰਸ ਜਿਹੜੀ ਟੀਮ, ਸਾਡੀ ਪਾਰਟੀ, ਇਹ ਜਿਹੜੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਜਾਣਗੇ, they will be able to convince the central leadership and they can bring about a change। ਠੀਕ ਹੈ, ਇਕੱਲੇ ਮਹਿਜ਼ ਗੱਲਾਂ ਨਾਲ ਨਹੀਂ, ਉਹ ਕਰਕੇ ਦਿਖਾ ਦੇਣਗੇ। ਬਿਲਕੁਲ, ਔਰ ਲੋਕ ਇਸ ਨੂੰ, ਤੁਹਾਡੇ ਇਸ ਬਿਆਨ ਨੂੰ, ਤੁਹਾਡੀਆਂ ਇਹਨਾਂ ਸਟੇਟਮੈਂਟਸ ਨੂੰ ਪੂਰੇ ਧਿਆਨ ਨਾਲ ਦੇਖਦੇ, ਔਰ ਤੁਸੀਂ ਖੁਦ ਮਹਿਸੂਸ ਕੀਤਾ ਹੋਣਾ, ਭਾਵੇਂ ਕਿੰਨੀਆਂ ਪੁਰਾਣੀਆਂ ਗੱਲਾਂ ਤੁਹਾਨੂੰ ਬਾਰ-ਬਾਰ ਯਾਦ ਵੀ ਕਰਾ ਦਿੰਦੇ ਆ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਤੁਸੀਂ ਕਿਰਪਾ ਕਰਕੇ ਸਾਡੇ ਨਾਲ ਬਣੇ ਰਹੋ, ਤੁਹਾਨੂੰ 5-7 ਮਿੰਟ ਹੋਰ ਅਸੀਂ ਤਕਲੀਫ ਦੇਵਾਂਗੇ। ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਹਾਜ਼ਰ ਹੋਣਗੇ। ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਸਿੱਖੀ ਧਰਮ, ਪੰਜਾਬੀ ਮਾਂ ਬੋਲੀ, ਪੰਜਾਬੀ ਅਮੀਰ ਵਿਰਸੇ ਨੂੰ ਉਜਾਗਰ ਕਰਨ ਦੇ ਲਈ ਮਨਹਾਟਨ ਦੀ ਧਰਤੀ ਦੇ ਉੱਤੇ 27ਵੀਂ ਸਿੱਖ ਡੇ ਪਰੇਡ, ਜੋ ਕਿ 26 ਤਰੀਕ ਦਿਨ ਸ਼ਨੀਵਾਰ ਨੂੰ ਨਿਊਯਾਰਕ ਦੀ ਧਰਤੀ ਦੇ ਉੱਤੇ ਨਿਕਲ ਰਹੀ ਹੈ, ਉਸ ਦੇ ਵਿੱਚ ਜਿਹੜਾ ਸਮੁੱਚੀਆਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੇ ਸਮੁੱਚੇ ਪ੍ਰਬੰਧਕੀ ਸੇਵਾਦਾਰ ਤੇ ਸਮੁੱਚੀ ਸਾਧ ਸੰਗਤ ਨਿਮਰਤਾ ਸਹਿਤ ਪਹੁੰਚਣ ਲਈ ਬੇਨਤੀ ਕਰਦੀ ਹੈ। ਗੁਰੂ ਘਰ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਜਿਹੜੇ ਇਸ ਪਰੇਡ ਦੇ ਵਿੱਚ ਸੰਗਤ ਨੂੰ ਲਿਜਾਣ ਦੇ ਲਈ ਕੀਤੇ ਗਏ ਨੇ, ਜਿਸ ਦੇ ਵਿੱਚ ਗੁਰੂ ਘਰ ਤੋਂ ਸਵੇਰੇ 10 ਵਜੇ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ, ਜਿਹੜੀਆਂ ਬੱਸਾਂ ਸੰਗਤ ਨੂੰ ਪਰੇਡ ਦੇ ਵਿੱਚ ਲੈ ਕੇ ਜਾਣਗੀਆਂ ਅਤੇ ਵਾਪਸ ਗੁਰੂ ਘਰ ਉਸੇ ਸੰਗਤ ਨੂੰ ਜਿਹੜਾ ਹੈ ਉਹ ਲੈ ਕੇ ਆਉਣਗੀਆਂ। ਮਨਹਾਟਨ ਦੀ ਧਰਤੀ ਜਿਹੜੀ ਹਰ ਰੋਜ਼ ਵੈਸਟਰਨ ਮਿਊਜ਼ਿਕ ਦੇ ਨਾਲ ਕੰਨ ਪਾੜਵੀਆਂ ਆਵਾਜ਼ਾਂ ਉਹਨਾਂ ਸੜਕਾਂ ਤੋਂ ਸੁਣਦੀਆਂ ਨੇ। 27ਵੀਂ ਸਿੱਖ ਡੇ ਪਰੇਡ ਦੇ ਵਿੱਚ ਜਦੋਂ 26 ਤਰੀਕ ਨੂੰ ਸਤਿਗੁਰਾਂ ਦੇ ਇਲਾਹੀ ਬੋਲ ਮਨਹਾਟਨ ਦੀ ਫਿਦਾ ਦੇ ਵਿੱਚ ਜਿਹੜੇ ਆ ਉਹ ਕੀਰਤਨੀਆਂ ਦੀ ਧੁਨ ਤੋਂ ਗੂੰਜਣਗੇ, ਤਾਂ ਮਾਨੋ ਮਨਹਾਟਨ ਦੀ ਫਿਦਾ ਦੇ ਵਿੱਚੋਂ
ਉਹ ਬੇਗਮਪੁਰੇ ਦਾ ਜਿਹੜਾ ਨਜ਼ਾਰਾ ਉਹ ਆਵੇਗਾ। ਸਮੁੱਚੀਆਂ ਸੰਗਤਾਂ ਜਿਹੜੀਆਂ ਨੇ ਹੁਮ ਹੁਮਾ ਕੇ ਉਸ ਦੇ ਵਿੱਚ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦੇਵ ਸਿੰਘ ਕੰਗ, ਮੁੱਖ ਸੇਵਾਦਾਰ ਗੁਰਦੁਆਰਾ ਸਿੱਖਲ ਸੋਸਾਇਟੀ ਰਿਚਮੰਡ ਹਲ ਵੱਲੋਂ ਸਮੂਹ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ, ਜੋ ਕਿ ਨਿਊਯਾਰਕ ਵਿੱਚ ਸਿੱਖ ਡੇ ਪਰੇਡ 26 ਅਪ੍ਰੈਲ ਦਿਨ ਸ਼ਨੀਚਰਵਾਰ 2014 ਨੂੰ ਕੱਢੀ ਜਾ ਰਹੀ ਹੈ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਵਿੱਚ ਹੁਮ ਹੁਮਾ ਕੇ ਪਹੁੰਚੋ, ਤਾਂ ਜੋ ਕਿ ਅਸੀਂ ਆਪਣੇ ਖਾਲਸੇ ਦੀ ਨਿਸ਼ਾਨੀ ਨੂੰ ਇਸ ਵਰਲਡ ਕੈਪੀਟਲ ਦੇ ਵਿੱਚ ਵੱਧ ਤੋਂ ਵੱਧ ਵਧਾ ਸਕੀਏ। ਸਮੂਹ ਬੱਚਿਆਂ ਭੈਣਾਂ ਨੂੰ ਇਹੋ ਹੀ ਬੇਨਤੀ ਕੀਤੀ ਜਾਂਦੀ ਆ ਕਿ ਵੀਰ ਮੇਰੇ ਦਸਤਾਰ ਜਿਹੜੀ ਆ ਉਸ ਦਿਨ ਨੂੰ ਕੇਸਰੀ ਸਜਾ ਕੇ ਆਉਣ ਤੇ ਭੈਣਾਂ ਕੇਸਰੀ ਦੁਪੱਟੇ ਲੈ ਕੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। मैच अच्छी रही? ये क्या? आज खाने में राइस? हमारी हेल्थ की कोई फिक्र ही नहीं। फिक्र है इसीलिए राइस नहीं, लक्ष्मी ब्राउन बासमती राइस है। लक्ष्मी ब्राउन बासमती राइस? हाँ पापा, ये देखिए, इसे खाने के कितने सारे हेल्थ बेनिफिट्स हैं। लक्ष्मी ब्राउन बासमती राइस है डाइजेशन के लिए आसान, इसमें कोलेस्ट्रॉल नहीं, टाइप 2 डायबिटीज के लिए हेल्दी है, और पता है इसमें हाई प्रोटीन कंटेंट, विटामिन बी और हाई फाइबर भी है। ये है आपके सेहत का सिक्सर। मैं भी हफ्ते में 3 या 4 बार खाती हूँ। और अब हम भी। लक्ष्मी ब्राउन बासमती राइस, स्वाद भी सेहत भी। Plasma Records and Rajveer Entertainment proudly presents Punjabi Virsa 2014. 3 brothers, 3 stars, 1 great show. ओ सानू आशिकी दा सर्टिफिकेट दे दियो, असी बीएम कर केड़ा साहब लगना। ओ मिर्जाई सौ गया सी, प्रीत ड्राइवर तू ना आवे, मिर्जाई सौ गया सी। आप दा शौकीन मुंडा यही गल्लां भालदा, यही गल्लां भालदा, बई यही गल्लां भालदा। साडे दिल ते भगत सिंह लिखिया, कागज़ां दी लोड़ कोई ना। मेरा कीतिया शुक्र सानू अपनी शरण विच रख। द वैदिक स्टोर, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੇਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। गेट पंजाबी ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਦਾ ਸਵਾਗਤ ਹੈ। ਕਾਂਗਰਸ ਦੇ ਸਪੋਕਸਪਰਸਨ ਪੰਜਾਬ ਤੋਂ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਜੁੜੇ ਹੋਏ ਹਨ ਔਰ ਬੜੀ ਹੀ ਸਾਫ਼ ਗੋਈ ਦੇ ਨਾਲ ਉਹ ਸਾਰੀਆਂ ਗੱਲਾਂ ਦੱਸ ਰਹੇ ਹਨ। ਖਹਿਰਾ ਸਾਹਿਬ, 2 ਗੱਲਾਂ ਬੜੀਆਂ ਛੋਟੀਆਂ ਹੈ ਬਹੁਤ ਨਿੱਕੀਆਂ। ਇੱਕ ਤਾਂ ਤੁਹਾਡੇ ਅਗੇਂਸਟ ਵੀ ਕਾਫੀ ਕ੍ਰਿਮੀਨਲ ਕੇਸਸ ਫਾਈਲ ਹੋਏ, ਨੰਬਰ 1। ਨੰਬਰ 2, ਤੁਸੀਂ ਉਹ ਬਾਦਲ ਸਾਹਿਬ ਦੀ ਇੱਕ ਛੋਟੀ ਜੀ ਸਟੇਟਮੈਂਟ ਸੀ, ਭਾਈ ਉਹ ਲਿਓ ਕੇ ਪੈਸੇ ਦੇ ਦਿਆ ਕਰੋ, ਤੁਸੀਂ ਉਸ ਨੂੰ ਪੂਰੀ ਗੰਭੀਰਤਾ ਨਾਲ ਲੈ ਕੇ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਕੋਲ ਕੰਪਲੇਂਟ ਫਾਈਲ ਕੀਤੀ। ਇਹਦੇ ਬਾਰੇ ਕੁਝ ਦੱਸਣਾ ਚਾਹੋਗੇ? ਹਾਂਜੀ, ਜਿਹੜਾ ਪਹਿਲਾਂ ਤਾਂ ਮੇਰੇ ਬਾਰੇ ਤੁਸੀਂ ਪੁੱਛਿਆ ਹੈਗਾ, ਮੈਂ ਤਾਂ ਬਿਕੋਜ਼ ਆਈ ਹੈਵ ਬੀਨ ਇਨ ਦ ਫੋਰਫਰੰਟ ਐਂਡ ਫਾਈਟਿੰਗ ਦੀ ਅਕਾਲੀ ਦਲ ਟੁੱਥ ਐਂਡ ਨੇਲ ਜੀ, ਤਾਂ ਸੁਭਾਵਿਕ ਗੱਲ ਹੈ ਜੋ ਬਦਲਾਖੋਰੀ ਦੀ ਰਾਜਨੀਤੀ ਇੱਥੇ ਚੱਲ ਰਹੀ ਹਿੰਦੁਸਤਾਨ ਦਾ, ਪੰਜਾਬ ਦੇ ਵਿੱਚ ਇਹਨਾਂ ਨੇ ਮੇਰੇ ਤੇ 2008 ਚ ਜਦੋਂ ਮੈਂ ਐਮਐਲਏ ਬਣਿਆ ਉੱਥੋਂ ਸ਼ੁਰੂ ਕੀਤਾ, ਮੇਰੇ ਤੇ 6 FIRs ਦਰਜ ਕੀਤੀਆਂ ਜੀ, ਮੁਕੱਦਮੇ ਦਰਜ ਕੀਤੇ। ਉਹਨਾਂ ਚੋਂ ਜਿਹੜਾ ਸਭ ਤੋਂ ਪਹਿਲਾਂ ਦਰਜ ਕੀਤਾ ਸੀ, ਮੈਂ ਆਪਣੇ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ, ਮੇਰੇ ਤੇ ਇਲਜ਼ਾਮ ਲਾਇਆ ਸੀ ਕਿ ਸੁਖਪਾਲ ਸਿੰਘ ਖਹਿਰਾ ਨੇ 6000 ਦੇ ਟਰੱਕ ਦੀ ਤਰਪਾਲ ਚੋਰੀ ਕੀਤੀ ਸੀ। ਅੱਛਾ, ਉਹ ਮੁਕੱਦਮਾ ਮੇਰਾ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ ਨੇ ਕੁਆਸ਼ ਕੀਤਾ ਜੀ ਉਸ ਜੀ। ਉਸ ਤੋਂ ਬਾਅਦ ਤਕਰੀਬਨ 3 ਮਸਲਿਆਂ ਦੇ ਵਿੱਚ ਹੋਰ ਆਪ ਹੀ ਪੁਲਿਸ ਨੇ ਸ਼ਰਮਿੰਦੇ ਹੋ ਕੇ ਕੈਂਸਲੇਸ਼ਨ ਰਿਪੋਰਟ ਜਾਂ ਜਿਹੜੀ ਉਹਨੂੰ ਕਹਿੰਦੇ ਹੁੰਦੇ ਨੇ ਕੋਰਟ ਦੇ ਵਿੱਚ ਆਲਰੇਡੀ
ਪਾ ਦਿੱਤੀਆਂ ਹੋਈਆਂ ਹਨ ਜੀ ਜੀ। ਔਰ ਇੱਕ ਜਿਹੜਾ ਵਿਧਾਨ ਸਭਾ ਦੇ ਵਿੱਚ ਲਾਸਟ ਮੁਕੱਦਮਾ ਦਰਜ ਕੀਤਾ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ, ਮੇਰੇ ਤੇ ਇਹਨਾਂ ਨੇ SC/ST ਐਕਟ ਲਾਤਾ, ਮਤਲਬ ਕਿ ਤੁਸੀਂ ਜਾਤੀ ਸੂਚਕ ਸ਼ਬਦ ਵਰਤ ਕੇ ਤੇ ਲੋਕਾਂ ਨੂੰ ਗਾਲਾਂ ਕੱਢੀਆਂ। ਮੈਂ ਜਦੋਂ ਉਹਦੀ ਇਨਕੁਆਇਰੀ ਮੰਗੀ ਫਰੋਮ IG ਜਲੰਧਰ ਰੇਂਜ, ਇਹਨਾਂ ਨੇ ਮੈਨੂੰ ਬਗੈਰ ਇਨਕੁਆਇਰੀ ਕਰਾਏ ਮੇਰਾ ਚਲਾਨ ਪੇਸ਼ ਕਰ ਦਿੱਤਾ ਉੱਥੇ ਕਪੂਰਥਲਾ ਦੀ ਅਦਾਲਤ ਵਿੱਚ, ਜਸਟ ਟੂ ਹਰਾਸ ਮੀ। ਔਰ ਉਹਦੇ ਵਿੱਚ ਵੀ ਮੈਨੂੰ ਹਾਈ ਕੋਰਟ ਨੇ ਕੋਈ 4 ਦਿਨ ਪਹਿਲਾਂ granted anticipatory bail to me. Achha. And I will appear before the court in Kapurthala, and I'm very hopeful कि इस मुकदमे ਨੂੰ भी honorable high court quash ਕਰੇਗਾ. So these are politically motivated cases. ਪਰ ਟੈਕਨੀਕਲੀ ਤੁਸੀਂ ਹਾਲੇ ਵੀ ਕਾਨੂੰਨਨ ਤੁਸੀਂ ਮੁਜਰਮ ਹੈਗੇ ਹੋ। ਮੁਜਰਮ ਸਿਰਫ ਟੈਕਨੀਕਲੀ FIR ਤੇ ਚਲਾਨ ਚਲਾਨ ਪੇਸ਼ ਹੋਇਆ, ਨਹੀਂ ਮੁਜਰਮ ਨਹੀਂ ਜੀ। ਮੁਜਰਮ ਤਾਂ ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਜਦੋਂ ਤੱਕ ਤੁਹਾਨੂੰ ਸਜ਼ਾ ਨਾ ਹੋ ਜਾਵੇ, ਹਾਂਜੀ, ਯੂ ਆਰ ਇਨੋਸੈਂਟ ਨਹੀਂ, ਪਰ ਦੋਸ਼ੀ ਤੇ ਕਹਿ ਸਕਦੇ, ਦੋਸ਼ੀ ਕਹਿੰਦੇ ਆ, ਹਾਂਜੀ ਦੋਸ਼ੀ ਕਹਿ ਸਕਦੇ ਹਾਂ, ਦੋਸ਼ੀ ਇਹਦੇ ਮੁਕਾਬਲੇ ਤੇ ਤਾਂ ਬਹੁਤ ਹੋਰ ਪੋਲੀਟੀਕਲ ਆਦਮੀ ਜਿੱਦਾਂ ਹੁਣ ਮੇਰੇ ਜਿਹੜੇ ਮੁਖਾਲਫ ਨੇ ਉਹਨਾਂ ਨੂੰ 5 ਸਾਲ ਦੀ ਕੈਦ ਹੋ ਉੱਠੀ ਹੈ ਜੀ ਜੀ। ਸ਼ੀ ਇਜ਼ ਔਨ ਬੇਲ, ਸ਼ੀ ਇਜ਼ ਮੇਅਰਲੀ ਔਨ ਬੇਲ। ਠੀਕ ਹੈ। ਤੇ ਦੂਜਾ ਜਿਹੜਾ ਤੁਸੀਂ ਦੱਸ ਰਹੇ ਸੀ ਬਾਦਲ ਸਾਹਿਬ ਦੀ, ਉਹ ਬਾਦਲ ਸਾਹਿਬ ਨੇ ਜਿਹੜਾ ਕਿਹਾ ਜਲੰਧਰ ਦੀ ਇੱਕ ਮੀਟਿੰਗ ਸੀ ਇੰਡਸਟਰੀਅਲਿਸਟ ਦੀ, ਹਾਂਜੀ, ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਹੀ ਵਾਸ ਕਾਟ ਔਨ ਕੈਮਰਾ, ਪਤਾ ਨਹੀਂ ਸੀਗਾ ਕਿ ਕੈਮਰਾ ਰਿਕਾਰਡਿੰਗ ਹੋ ਰਹੀ ਹੈ। ਉੱਥੇ ਉਹਨਾਂ ਨੇ ਇੰਡਸਟਰੀਅਲਿਸਟਾਂ ਨੂੰ ਕਿਹਾ ਕਿ ਜਿਹੜੇ ਇਲੈਕਸ਼ਨਾਂ ਹੁੰਦੀਆਂ ਹਨ, ਇਹ ਜਿਹੜਾ ਚੋਣ ਕਮਿਸ਼ਨ ਨੇ ਲਿਮਿਟ ਰੱਖੀ ਹੁੰਦੀ ਹੈ 70 ਲੱਖ ਦੀ ਲਿਮਿਟ ਰੱਖੀ ਹੈ ਲੋਕ ਸਭਾ ਦੀ ਇਲੈਕਸ਼ਨ, ਇਹ ਅਸੀਂ ਘੱਟ ਦਿਖਾਉਣੇ ਆ ਖਰਚਾ, ਅਸਲ ਵਿੱਚ ਖਰਚਾ ਕਰੋੜਾਂ ਰੁਪਏ ਦਾ ਹੁੰਦਾ। ਤਾਂ ਮੇਰਾ ਜਿਹੜਾ ਪਵਨ ਟੀਨੂ ਜਿਹੜਾ ਜਲੰਧਰ ਤੋਂ ਉਮੀਦਵਾਰ ਆ, ਤੁਸੀਂ ਸਾਰਿਆਂ ਨੇ ਕਰੋੜਾਂ ਰੁਪਏ ਦੇਣੇ ਆ, ਲੁਕੋ ਕੇ ਦੇਣੇ ਆ, ਔਰ ਤੁਸੀਂ ਫਿਕਰ ਨਹੀਂ ਕਰਨਾ, ਅਸੀਂ ਤੁਹਾਡਾ ਸਾਰਿਆਂ ਦਾ ਕੰਮਕਾਰ ਜਿਹੜੇ ਇੰਡਸਟਰੀਅਲਿਸਟ ਤਬਕਾ ਇਹਨਾਂ ਦੇ ਕੰਮਾਂ ਦਾ ਧਿਆਨ ਰੱਖਾਂ। ਦਿਸ ਅਮਾਉਂਟਡ ਟੂ ਕਰਪਟਿੰਗ ਦ ਵੋਟਰਸ। ਖੈਰਾ ਸਾਹਿਬ, ਮੈਂ ਅਗਰ ਇਜਾਜ਼ਤ ਹੋਏ, ਮੈਂ ਵੀ ਉਹ ਕਲਿੱਪਿੰਗ ਦੇਖੀ ਹੈ, ਪਰ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਲਹਿਜ਼ਾ ਔਰ ਟੋਨ ਐਂਡ ਟੈਨਰ ਜਿਹੜਾ ਹੈ, ਉਹ ਜਿਵੇਂ ਸਮਾਈਲਿੰਗ ਵੇ ਦੇ ਵਿੱਚ, ਉਹ ਮਜ਼ਾਹੀਆ ਲਹਿਜ਼ੇ ਦੇ ਵਿੱਚ ਜਿਹੜੀ ਚੀਜ਼ ਕਹੀ ਜਾ ਰਹੀ ਹੈ ਕਿ ਅਗਰ ਕਹਿਣਾ ਹੁੰਦਾ ਤੇ ਕਿਸੇ ਨੂੰ ਕਹਿ ਦਿੰਦੇ, ਪਰ ਦੂਜੇ ਪਾਸੇ ਜਿਵੇਂ ਮੇਰੀ ਇੱਕ ਮਿੰਟ, ਜਿਵੇਂ ਤੁਸੀਂ ਵੀ ਹੁਣ ਕਿਹਾ ਹੈ ਕਿ ਅਕਾਲੀ ਦਲ ਇੱਕ ਮਾੜੀ ਜਨਾਨੀ ਦੀ ਤਰ੍ਹਾਂ ਜਿਹੜਾ ਕਿ ਇੱਕ ਤੋਂ ਘਰ ਕਈ ਘਰਾਂ ਵਿੱਚ ਜਾਂਦੀ ਹੈ, ਹੁਣ ਇਹਨੂੰ ਲਿਟਰਲੀ ਤੇ ਨਹੀਂ ਲਿਆ ਜਾ ਸਕਦਾ ਨਾ। ਇਹਦਾ ਮਤਲਬ ਪੰਜਾਬੀਆਂ ਦਾ ਹਿਊਮਰ ਤੇ ਬੜਾ ਮਸ਼ਹੂਰ ਹੈ, ਇਹਦਾ ਮਤਲਬ ਅਸੀਂ ਆਪਣਾ ਸੈਂਸ ਆਫ ਹਿਊਮਰ ਗਵਾਈ ਜਾ ਰਹੇ ਹਾਂ। ਨਹੀਂ, ਸੈਂਸ ਆਫ ਹਿਊਮਰ ਨਹੀਂ ਜੀ, ਮਜ਼ਾਕ ਤੁਸੀਂ ਹੋਰ 100 ਮਜ਼ਾਕ ਕਰ ਸਕਦੇ ਹੋ ਜੀ, ਲੇਕਿਨ ਤੁਸੀਂ ਜਦ ਇਹ ਕਹਿ ਰਹੇ ਹੋ ਉੱਥੇ ਜ਼ਿੰਮੇਵਾਰ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਇੰਡਸਟਰੀਅਲਿਸਟ ਸੀ ਜਲੰਧਰ ਦੇ, ਉਹਨਾਂ ਦੀ ਹਾਜ਼ਰੀ ਤੁਸੀਂ ਮੰਨ ਰਹੇ ਹੋ ਤੇ ਇਲੈਕਸ਼ਨਾਂ ਵਿੱਚ ਖਰਚਾ ਬਹੁਤ ਹੁੰਦਾ ਵਾ ਜੀ। ਅਸੀਂ ਇਲੈਕਸ਼ਨਾਂ ਦਾ ਖਰਚਾ ਚੋਣ ਕਮਿਸ਼ਨ ਨੂੰ ਘੱਟ ਦਿਖਾਉਣੇ ਆ ਜੀ, ਤੇ ਸਾਨੂੰ ਪੈਸਿਆਂ ਦੀ ਜ਼ਿਆਦਾ ਲੋੜ ਪੈਂਦੀ। ਦਿਸ ਇਜ਼ ਐਬਸੋਲੂਟਲੀ ਕਲੀਅਰ ਕੱਟ। ਤੁਸੀਂ ਗੁੱਸੇ 'ਚ ਕਹਿ ਲਓ ਜਾਂ ਤੁਸੀਂ ਮਜ਼ਾਕੀਆ ਲਿਹਾਜ਼ ਵਿੱਚ ਕਹਿ ਲਓ, he has violated the model code of conduct and indulged in a corrupt practice। ਚਲੋ ਪੈਸੇ ਮੰਗ ਰਹੇ ਨੇ, ਭਾਵੇਂ ਹੱਸ ਕੇ ਮੰਗ ਲਏ ਨੇ, ਠੀਕ, ਔਰ ਉਹਨਾਂ ਦੀ ਆਦਤ ਹੈ, ਹੱਸ ਕੇ ਮੰਗਣ ਦੀ ਤਾਂ ਪੁਰਾਣੀ ਆਦਤ ਹੈ ਜੀ, ਠੀਕ, ਚੱਲੀ ਜਾਂਦਾ ਕੰਮ ਉਹਨਾਂ ਦਾ, ਠੀਕ ਹੈ। ਚਲੋ, ਤੇ ਅੱਛਾ, ਤੁਸੀਂ ਕਾਫੀ ਜਿਹੜਾ ਹੈਗਾ ਐਤਕੀ ਚੋਣਾਂ ਦੇ ਵਿੱਚ ਅਸੀਂ ਗੰਭੀਰ ਮਸਲੇ ਦੇ ਉੱਤੇ ਆਈਏ ਕਿ ਜਿਹੜਾ ਗੁਜਰਾਤ ਦਾ ਹੈਗਾ, ਜਿਹੜਾ ਉਸ ਦੇ ਉੱਤੇ ਉਹ ਗੁਜਰਾਤ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਂਗਰਸ ਦਾ ਸਮੇਂ ਜਾਰੀ ਕੀਤਾ ਸੀ, ਹਾਲਾਂਕਿ ਗੁਜਰਾਤ ਸਰਕਾਰ ਨੇ SLP ਫਾਈਲ ਕੀਤੀ, ਉਹਨਾਂ ਨੂੰ ਉੱਥੋਂ ਰਿਲੀਫ ਮਿਲ ਗਈ ਸੀ ਜਿਹੜੇ ਗੁਜਰਾਤ ਦੇ ਕਿਸਾਨ ਸੀ। ਇਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ? ਤੁਸੀਂ ਆਪ ਹੀ ਗੱਲ ਕਲੈਰੀਫਾਈ ਕਰਤੀ ਜੀ। ਇੱਕ ਬੰਬੇ ਲੈਂਡਸ ਐਂਡ ਟੈਨੈਂਸੀ ਐਕਟ ਹੈ 1948 ਦਾ, ਉੱਥੇ ਗੁਜਰਾਤ ਦੇ ਵਿੱਚ ਆਪਰੇਟਿਵ ਜੀ, ਉਸ ਐਕਟ ਨੂੰ ਯੂਜ਼ ਕਰਕੇ ਆ ਪਿਛਲੇ ਚੰਦ ਸਾਲਾਂ ਦੇ ਵਿੱਚ ਉੱਥੋਂ ਤਕਰੀਬਨ ਗੁਜਰਾਤ ਚੋਂ ਕੋਈ 50,000 ਸਿੱਖ ਪੰਜਾਬੀ ਪਰਿਵਾਰ ਜਿਹੜੇ ਖੇਤੀ ਕਰਦੇ ਸੀਗੇ, ਜਿਹੜੇ ਪਿਛਲੇ ਕਾਫੀ ਆਜ਼ਾਦੀ ਤੋਂ ਬਾਅਦ ਉੱਥੇ ਬੈਠੇ ਸੀ, ਦੇ ਹੈਵ ਬੀਨ, ਉਹਨਾਂ ਦੇ ਅਕਾਊਂਟਸ ਫ੍ਰੀਜ਼ ਕਰਤੇ ਨੇ ਔਰ ਉਹਨਾਂ ਨੂੰ ਐਵਿਕਸ਼ਨ ਦੇ ਆਰਡਰ ਦਿੱਤੇ ਹੋਏ ਗੁਜਰਾਤ ਮੋਦੀ ਦੀ ਸਰਕਾਰ ਨੇ ਜੀ। ਔਰ ਉਸ ਤੋਂ ਬਾਅਦ ਉਹਨਾਂ ਨੇ ਅਹਿਮਦਾਬਾਦ ਹਾਈ ਕੋਰਟ ਦਾ, ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਔਰ ਉਹਨਾਂ ਨੂੰ ਉੱਥੇ ਸਟੇ ਆਰਡਰਸ ਮਿਲ ਗਿਆ, ਰਿਲੀਫ ਮਿਲ ਗਈ ਕਿ ਨਹੀਂ, ਕਿ ਦਿਸ ਇਜ਼ ਅ ਵੈਰੀ ਆਬਸੋਲੀਟ ਐਕਟ ਔਰ ਏਦਾਂ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਗੁਜਰਾਤ ਚੋਂ ਨਹੀਂ ਕੱਢਿਆ ਜਾਂਦਾ। ਅਗਰ ਮੋਦੀ ਸੰਜੀਦਾ ਹੁੰਦੇ ਸਿੱਖਾਂ ਦੇ ਪ੍ਰਤੀ ਤਾਂ ਉਹਨਾਂ ਨੂੰ ਉਸ ਤੋਂ ਬਾਅਦ ਤਾਂ ਕੋਈ ਉਸ ਆਰਡਰ ਨੂੰ ਚੈਲੰਜ ਨਹੀਂ ਸੀ ਕਰਨਾ ਚਾਹੀਦਾ, ਬਟ ਹੀ ਹੈਜ਼ ਚੈਲੰਜ ਦੈਟ ਆਰਡਰ ਇਨ ਦ ਸੁਪਰੀਮ ਕੋਰਟ to a SLP special leave petition। और जिस दिन पंजाब आए 23 फरवरी जगराओं ਵਿੱਚ ਬਾਦਲ ਸਾਹਿਬ ਨੇ ਉਹਨਾਂ ਦੇ ਸਿਰ ਤੇ ਪੱਗ ਰੱਖੀ ਤਾਂ ਉੱਥੇ ਮੋਦੀ ਨੇ ਪਬਲਿਕ ਕਮਿਟਮੈਂਟ ਕੀਤੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਨਹੀਂ ਕੱਢਾਂਗੇ। ਲੇਕਿਨ ਲਾਂਬਾ ਸਾਹਿਬ ਅੱਜ 55ਵਾਂ ਦਿਨ ਹੈ, 55th ਡੇ ਆਫ ਹਿਸ ਪ੍ਰੋਮਿਸ ਜੀ, ਔਰ ਉਹਨਾਂ ਨੇ ਕਰਨਾ ਕੀ ਸੀਗਾ, ਮਹਿਜ਼ ਆਪਣੇ ਸਰਕਾਰੀ ਵਕੀਲ ਨੂੰ ਆਦੇਸ਼ ਦੇਣੇ ਸੀ ਬਤੌਰ ਮੁੱਖ ਮੰਤਰੀ ਗੁਜਰਾਤ ਕਿ ਜਿਹੜੀ
ਆਪਾਂ SLP ਫਾਈਲ ਕੀਤੀ ਹੋਈ ਆ ਸਿੱਖਾਂ ਦੇ ਖਿਲਾਫ, ਪੰਜਾਬੀਆਂ ਦੇ ਖਿਲਾਫ ਸੁਪਰੀਮ ਕੋਰਟ, ਇਹਨੂੰ ਵਿਡਰਾਅ ਕਰ ਲਓ ਜੀ, ਸੋ ਦੈਟ ਦੀ ਹਾਈ ਕੋਰਟ ਆਰਡਰ ਬਿਕਮਸ ਆਪਰੇਟਿਵ। ਗੱਲ ਮੁੱਕੀ ਸੀ ਜੀ। ਲੇਕਿਨ ਮੈਂ ਅੱਛੀ ਤਰ੍ਹਾਂ ਸਮਝਦਾ ਵਾਂ ਕਿ ਬੇਸਿਕਲੀ ਮੋਦੀ ਸਾਹਿਬ ਜਿਹੜੇ ਨੇ ਉਹ ਘੱਟ ਗਿਣਤੀਆਂ ਵਿੱਚ ਮਾਈਨੋਰਿਟੀਜ਼ ਵਿੱਚ ਮੁਸਲਮਾਨ, ਸਿੱਖ, ਈਸਾਈ, ਪਾਰਸੀ, ਜੈਨੀ, ਇਹ ਸਾਰਿਆਂ ਦੇ ਕੱਟੜ ਵਿਰੋਧੀ ਨੇ ਐਂਡ ਬੇਸਿਕਲੀ ਹੀ ਇਜ਼ ਅ ਕਮਿਊਨਲ ਐਂਡ ਅ ਫਾਸਸਿਸਟ ਲੀਡਰ। ਮੇਰਾ ਇਸ ਲਈ ਹੋਇਆ ਜੀ ਇਹਨਾਂ ਨੂੰ ਰਿਲੀਫ ਦੇਣਾ ਨਹੀਂ ਚਾਹੁੰਦਾ ਸਿੱਖਾਂ ਨੂੰ, ਇਹਨਾਂ ਨੂੰ ਵਿਕਟਮਾਈਜ਼ ਕਰਕੇ ਉਹ ਬਹੁ ਗਿਣਤੀ ਵੋਟ ਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਜੀ। ਇਹ ਉਹਦੀ ਪੋਲੀਟੀਕਲ ਸਟ੍ਰੈਟਜੀ ਹੈ ਜੀ। ਬਿਲਕੁਲ ਕੁਛ ਇਦਾਂ ਦਾ ਹੀ ਸਿਨੈਰੀਓ ਮੈਨੂੰ ਤਾਂ ਨਜ਼ਰ ਆਉਂਦਾ ਖਹਿਰਾ ਸਾਹਿਬ, ਜਿਵੇਂ ਸਿੱਖਾਂ ਨੂੰ ਤਰਾਈ ਦੇ ਇਲਾਕੇ 'ਚੋਂ ਕਾਂਗਰਸ ਸਰਕਾਰ ਨੇ ਵੀ ਇਦਾਂ ਹੀ ਕੱਢਿਆ ਸੀਗਾ, ਉਹਨਾਂ ਦੀਆਂ ਜ਼ਮੀਨਾਂ ਵੀ ਪਹਿਲਾਂ ਦੇ ਦਿੱਤੀਆਂ, ਬਾਅਦ ਵਿੱਚ ਉਹਨਾਂ ਕੋਲੋਂ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ। ਇਹਦਾ ਮਤਲਬ ਸਾਰੀਆਂ ਸਰਕਾਰਾਂ ਇਦਾਂ ਹੀ ਕਰਦੀਆਂ? ਦੇਖੋ ਸਰਕਾਰਾਂ ਦਾ ਤਾਂ ਮੈਂ ਬਾਕੀਆਂ ਦਾ ਨਹੀਂ ਕਹਿ ਸਕਦਾ, ਲੇਕਿਨ ਇਹ ਗੁਜਰਾਤ ਵਿੱਚ ਜਿਹੜੇ ਮੁਸਲਮਾਨਾਂ ਦੇ ਖਿਲਾਫ ਜਿਹੜੇ ਦੰਗੇ ਹੋਏ ਜੀ, ਉਹ ਅੱਜ ਤੱਕ ਲੋਕਾਂ ਦੀਆਂ ਨਿਗਾਹਾਂ ਦੇ ਸਾਹਮਣੇ ਨੇ, ਜੋ ਕੁਝ ਮੋਦੀ ਨੇ ਉੱਥੇ ਕੀਤਾ ਕਰਵਾਇਆ ਮਾਈਨੋਰਿਟੀਜ਼ ਦੇ ਖਿਲਾਫ। ਜੀ। ਔਰ ਇਸ ਕਰਕੇ ਆ ਵੀ ਜਿਹੜਾ ਉਹ ਕਦਮ ਚੁੱਕ ਰਹੇ ਨੇ ਕਿ ਜਿਹੜਾ ਸਿੱਖਾਂ ਨੂੰ ਰਿਲੀਫ ਦੇਣ ਨੂੰ ਤਿਆਰ ਨਹੀਂ। ਤੁਸੀਂ ਜਿਹੜਾ ਗੁਜਰਾਤ ਦਾ ਕੀਤਾ, ਅਸੀਂ ਮੈਨੂੰ ਪਤਾ ਤੁਸੀਂ 84 ਦੀ ਗੱਲ ਨਹੀਂ ਮੈਂ ਕਰਾਂਗਾ ਨਹੀਂ, ਮੈਂ ਕਹਾਂਗਾ ਕਿ ਮੈਂ ਨਹੀਂ ਕਰਾਂਗਾ, ਮੈਂ ਤੁਹਾਨੂੰ ਇੰਬੈਰਸ ਨਹੀਂ ਕਰਾਂਗਾ ਜੀ। ਨਹੀਂ ਕੋਈ ਗੱਲ ਨਹੀਂ। ਇੱਕ ਮਿੰਟ ਮੇਰੀ ਗੱਲ ਸੁਣੋ ਜੀ। ਜਿਹੜਾ ਕ੍ਰਿਸਚੀਅਨਸ ਦੀ ਗੱਲ ਕਰ ਲਈ, ਇੱਕ ਮਿੰਟ ਈਸਾਈ ਵੀ ਤਾਂ ਲੋਕ ਨੇ ਨਾ ਜੀ। ਯੂ ਰਿਮੈਂਬਰ ਉੜੀਸਾ ਦੇ ਵਿੱਚ ਪਤਾ ਹੈ ਜੀ ਸੀਗੇ ਜਿਹੜੇ ਆਸਟ੍ਰੇਲੀਆ ਤੋਂ ਆਣ ਕੇ ਗੋਰਾ ਆਪਣੇ ਬੱਚਿਆਂ ਦੇ ਨਾਲ ਕੋੜੀਆਂ ਦੀ ਸੇਵਾ ਕਰ ਰਿਹਾ ਸੀ ਹਿੰਦੁਸਤਾਨ ਦੇ ਵਿੱਚ। ਇਹ ਬਜਰੰਗ ਦਲ ਜਿਹੜੀਆਂ ਸਪਲਿੰਟਰ ਆਰਗੇਨਾਈਜੇਸ਼ਨਸ ਨੇ BJP ਦੀਆਂ, RSS ਦੀਆਂ, ਇਹਨਾਂ ਨੇ ਉਸ ਮਿਸਟਰ ਸਟੇਨਸ ਨੂੰ ਉਹਦੀ ਜੀਪ ਦੇ ਵਿੱਚ ਬੱਚਿਆਂ ਦੇ ਸਮੇਤ ਅੱਗ ਲਾ ਕੇ ਸਾੜ ਦਿੱਤਾ। ਹਾਂਜੀ, ਅੱਛਾ ਖਹਿਰਾ ਸਾਹਿਬ ਸਮਾਂ ਇਜਾਜ਼ਤ ਨਹੀਂ ਦਿੰਦਾ, ਮੇਰਾ ਇੱਕ ਅਖੀਰਲਾ ਸਵਾਲ ਹੈ। ਕੈਪਟਨ ਸਾਹਿਬ ਅੰਮ੍ਰਿਤਸਰ ਦੀ ਸੀਟ ਤੋਂ ਲੜ ਰਹੇ ਹੈ ਔਰ ਕਾਫੀ ਮੇਰਾ ਖਿਆਲ ਹੈ ਲੋਕਾਂ ਦੀਆਂ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਉਹਦੇ ਤੇ ਹੈ। ਤੁਹਾਨੂੰ ਖਾਸ ਇਤਰਾਜ਼ ਅਰੁਣ ਜੇਤਲੀ ਤੇ ਹੈ, ਬੜੇ ਸੀਨੀਅਰ ਵਕੀਲ ਹੈ, ਕਾਫੀ ਸੀਨੀਅਰ ਬੰਦੇ, ਤੁਹਾਨੂੰ ਉਹਨਾਂ ਨੇ ਤੇ ਹੁਣ ਮਕਾਨ ਵੀ ਆਪਣਾ ਲੈ ਲਿਆ, ਉਹਨਾਂ ਦੇ ਕੀ ਇਤਰਾਜ਼ ਹੈ ਤੁਹਾਨੂੰ? ਤੇ ਮੈਂ ਤਾਂ ਜੀ ਇੱਕ ਬਹੁਤ ਸਟਰੋਂਗ ਆਈਡੀਓਲੋਜੀਕਲ ਪੁਆਇੰਟ ਹਾਈਲਾਈਟ ਕੀਤਾ ਸੀਗਾ ਕਿ ਜਿਹੜੇ ਜੇਟਲੀ ਸਾਹਿਬ ਨੇ ਜਿੱਥੇ ਆਪਣਾ ਚੋਣ ਦਫ਼ਤਰ ਬਣਾਇਆ ਨੇ ਜੀ, ਵਿੱਚੇ ਅਕਾਲੀਆਂ ਨੇ ਸਾਂਝਾ ਜੀ, ਉਹ ਹੈਗਾ ਵਾ ਹਰਬੰਸ ਲਾਲ ਖੰਨਾ ਸਮਾਰਕ ਦੇ ਵਿੱਚੋਂ ਆਪਣਾ ਆਫਿਸ ਚਲਾ ਰਹੇ ਨੇ ਅੰਮ੍ਰਿਤਸਰ ਜੀ। ਔਰ ਜਿਹੜਾ SGPC ਨੇ ਵਾਈਟ ਪੇਪਰ ਜਾਰੀ ਕੀਤਾ ਸੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜੀ, ਉਹਦਾ ਪੰਨਾ ਨੰਬਰ 204 ਤੇ 206 ਤੇ ਜੀ ਮੈਂ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਇਆ। ਉਸ ਵਾਈਟ ਪੇਪਰ ਵਿੱਚ ਕਿਹਾ ਗਿਆ ਕਿ ਇਹ ਹਰਬੰਸ ਲਾਲ ਖੰਨਾ ਜਿਹਦੇ ਘਰੋਂ ਦਫ਼ਤਰ ਚੱਲਿਆ ਜਾ ਰਿਹਾ ਅਕਾਲੀ BJP ਦਾ, ਹੀ ਇਜ਼ ਰਿਸਪੌਂਸਿਬਲ ਫॉर ਐਕਸਟ੍ਰੀਮ ਸੈਕ੍ਰਿਲੇਜ। ਇਸ ਬੰਦੇ ਨੇ ਫੈਬਰੂਰੀ 3, 1984 ਦੇ ਵਿੱਚ ਜੀ ਇੱਕ ਜਦੋਂ ਪੰਜਾਬ ਬੰਦ ਸੀਗਾ, ਬੰਦ ਦੀ ਕਾਲ ਵਿੱਚ ਇਹਨਾਂ ਨੇ ਇੱਕ ਮੌਬ ਨੂੰ ਲੀਡ ਕੀਤਾ ਔਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਾ ਕੇ ਪਹਿਲਾਂ ਉੱਥੇ ਜਿਹੜਾ ਰੈਪਲੀਕਾ ਪਿਆ ਸੀ, ਮਾਡਲ ਪਿਆ ਸੀ ਦਰਬਾਰ ਸਾਹਿਬ ਦਾ ਸਟੇਸ਼ਨ ਦੇ ਉੱਤੇ, ਉਸ ਦੀ ਭੰਨ ਤੋੜ ਕੀਤੀ। ਉਸ ਤੋਂ ਬਾਅਦ ਸਾਡੇ ਚੌਥੇ ਗੁਰੂ ਰਾਮਦਾਸ ਜੀ ਦੀ ਇੱਕ ਤਸਵੀਰ ਲੱਗੀ ਹੋਈ ਸੀ ਰੇਲਵੇ ਸਟੇਸ਼ਨ ਤੇ ਬਹੁਤ ਪੁਰਾਣੀ, ਉਸ ਤਸਵੀਰ ਨੂੰ ਨੀਚੇ ਖਿੱਚ ਕੇ ਉਹਦੇ ਤੇ ਸਿੱਟਾਂ ਦੇ ਬੱਟ ਲਾਏ ਗਏ। ਉਸ ਤੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਉਸ ਤੇ ਹਰ ਕਿਸਮ ਦੀ ਗੰਦਗੀ ਫੈਲਾਈ ਗਈ ਔਰ ਉਸ ਤਸਵੀਰ ਨੂੰ ਭੰਨ ਤੋੜ ਕੀਤੀ ਗਈ। ਔਰ ਯਾਦ ਰਹੇ ਕਿ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਨੇ। 1574 ਵਿੱਚ ਉਹਨਾਂ ਨੇ ਇਸ ਸ਼ਹਿਰ ਨੂੰ ਬਣਾਇਆ। ਜਿਹੜੀਆਂ 4 ਲਾਵਾਂ ਦਾ ਪਾਠ ਸਾਡੇ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹ ਉਹਨਾਂ ਦੀ ਦੇਣ ਹੈ। ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਸਰੋਵਰ ਦੀ ਜਿਹੜੀ ਸੇਵਾ ਕਰਵਾਈ ਗੁਰੂ ਰਾਮਦਾਸ ਜੀ ਦੀ ਦੇਣ ਹੈ। ਇਸ ਤਰ੍ਹਾਂ ਦੇ ਆਦਮੀ ਜਿਸ ਨੇ ਸ਼ਹਿਰ ਬਣਾਇਆ ਉਹਦੀ ਹੀ ਤੋਹੀਨ ਕਰਕੇ, ਉਹਦੀ ਸੈਕ੍ਰਿਲੇਜ ਕਮਿਟ ਕਰਕੇ ਤੇ ਅਕਾਲੀ BJP ਕਿਹੜੇ ਮੂੰਹ ਨਾਲ ਅੰਮ੍ਰਿਤਸਰ ਦੇ ਲੋਕਾਂ ਦੀ ਵੋਟ ਮੰਗ ਰਹੇ ਨੇ ਜੀ, ਇਹ ਮੈਂ ਪੁਆਇੰਟ ਉਜਾਗਰ ਕੀਤਾ ਸੀ। ਖਹਿਰਾ ਸਾਹਿਬ ਅਗਰ ਇਹਦੇ 'ਚ ਤੁਹਾਡਾ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਇੱਕ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ, ਤੁਸੀਂ ਬਿਲਕੁਲ ਜੋ ਕੁਝ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਟ ਪੇਪਰ ਦੇ ਵਿੱਚ ਸਾਰਾ ਮੈਂਸ਼ਨ ਹੈ, ਪਰ ਉਹਦੇ 'ਚ ਖਹਿਰਾ ਸਾਹਿਬ ਨਾਲ ਇਹ ਵੀ ਮੈਂਸ਼ਨ ਹੈ ਕਿ ਜਦੋਂ ਹਰਬੰਸ ਲਾਲ ਖੰਨਾ ਨੂੰ ਅਰੈਸਟ ਕੀਤਾ ਗਿਆ ਤਾਂ ਉਸ ਵੇਲੇ ਕਾਂਗਰਸ ਦੇ ਆਗੂ ਜੀ ਕਾਂਗਰਸ ਦੇ ਆਗੂ ਸਨ ਔਰ ਗੁਰਦਿਆਲ ਸਿੰਘ ਢਿੱਲੋਂ ਤੇ RL ਭਾਟੀਆ। ਹਾਂਜੀ ਜੀ, ਇੱਕ ਆਦਮੀ ਗੁਨਾਹ ਕਰਦਾ ਨਹੀਂ, ਪਰ ਉਹਨਾਂ ਨੇ ਮਦਦ ਕੀਤੀ ਉਹਦੇ 'ਚ ਜੀ, ਉਹਨਾਂ ਨੇ ਮਦਦ ਕੀਤੀ। ਉਹ ਉਹਨਾਂ ਦਾ ਰੋਲ ਮੈਂ ਲੁਕਾਇਆ ਨਹੀਂ, ਜਦੋਂ ਮੈਂ ਦਿੱਤਾ ਪ੍ਰੈਸ ਨੂੰ ਉਹਦੇ ਵਿੱਚ ਸਫੇ ਵੀ ਨਾਲ ਹੀ ਦਿੱਤੇ ਸੀਗੇ ਜੀ। ਹਾਂਜੀ, ਪਰ ਇਹਦੇ 'ਚ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਉਸ ਵੇਲੇ ਇਹਦੇ 'ਚ ਇਹ ਵੀ ਹੈ ਕਿ ਉਹ ਜਿਹੜੇ SSP ਸਨ ਅਜੇਪਾਲ ਸਿੰਘ ਮਾਨ, ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹਾਲਾਂ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ। ਕੀ ਇੰਨੇ ਸਾਲਾਂ ਬਾਅਦ ਐਤਕੀ ਜਿਹੜਾ 30 ਸਾਲਾ ਉਸ ਮੌਕੇ ਦੀ ਆ ਰਹੀ ਹੈ ਬਲੂ ਸਟਾਰ ਦੀ,
ਅਜੇਪਾਲ ਸਿੰਘ ਨੂੰ ਉਹਨਾਂ ਦਾ ਸਨਮਾਨ ਬਹਾਲ ਕੀਤਾ ਜਾਏਗਾ ਜਾਂ ਉਹਨਾਂ ਨੂੰ ਇਨਸਾਫ ਮਿਲੇਗਾ ਜਿਹੜਾ ਉਹਨਾਂ ਨੂੰ ਨਜਾਇਜ਼ ਕੱਢਿਆ ਗਿਆ? I will not be able to give you the full details. I think he was dismissed from service from some other action, not because of this action. ਚਲੋ ਇਹਨੂੰ ਚੈੱਕ ਕਰ। ਹਾਂਜੀ, ਵਾਈਟ ਪੇਪਰ ਵਿੱਚ ਇਸੇ ਕਰਕੇ ਲਿਖਿਆ ਗਿਆ। ਹਾਂਜੀ, ਵਾਈਟ ਪੇਪਰ 'ਚ ਇਹਦੇ ਬਾਰੇ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਜੀ ਮੈਂ ਜੀ ਕਿ ਸਭ ਤੋਂ ਭਖਦਾ ਮਸਲਾ ਰਹਿ ਚੱਲਿਆ ਸੀ ਆਪਣੀ ਡਿਸਕਸ਼ਨ 'ਚ। ਸਭ ਤੋਂ ਇੰਪੋਰਟੈਂਟ ਜਿਹੜਾ ਮਸਲਾ ਹੈ ਉਹ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਜੀ। ਹਾਂਜੀ ਹਾਂਜੀ ਡਰਗ ਤਸਕਰ ਫੜਿਆ ਗਿਆ ਜੀ ਜਗਦੀਸ਼ ਭੋਲਾ ਜੀ, ਉਸਨੇ ਵਿਕਰਮ ਮਜੀਠੀਆ ਦਾ ਨਾਮ ਲਿਆ ਸਿੱਧੇ ਤੌਰ ਤੇ। ਅੱਜ ਤੱਕ ਉਹਦੀ ਕੋਈ ਜਾਂਚ ਨਹੀਂ ਹੋਣ ਦਿੱਤੀ ਜੀ। ਮੇਰੇ ਤੇ 6 ਮੁਕੱਦਮੇ ਦਰਜ ਹੋ ਸਕਦੇ ਨੇ, ਮੇਰਾ ਚਲਾਨ ਪੇਸ਼ ਹੋ ਸਕਦਾ ਚੰਦ ਮਹੀਨਿਆਂ ਦੇ ਵਿੱਚ ਅਦਾਲਤ ਵਿੱਚ ਜੀ, ਲੇਕਿਨ ਪੰਜਾਬ ਪੁਲਿਸ ਨੇ, ਬਾਦਲ ਸਾਹਿਬ ਦੀ ਸਰਕਾਰ ਨੇ ਅੱਜ ਤੱਕ ਉਹਦੀ ਕੋਈ ਇਨਵੈਸਟੀਗੇਸ਼ਨ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਰੇ ਪੰਜਾਬ ਨੇ ਡਿਮਾਂਡ ਕੀਤੀ ਉਹਦੇ ਇਨਵੈਸਟੀਗੇਸ਼ਨ ਦੀ। ਔਰ ਮੈਂ ਗਿਆ ਮਾਲਵੇ ਦੇ ਵਿੱਚ ਲੱਖਾਂ ਘਰਾਂ ਦੇ ਦੀਵੇ ਬੁਝ ਰਹੇ ਨੇ ਜੀ, ਹਰ ਪਿੰਡ। ਅੱਛਾ, ਤੁਸੀਂ ਖਹਿਰਾ ਸਾਹਿਬ ਕੋਈ ਅਖੀਰ ਵਿੱਚ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਪੰਜਾਬ ਦੀ ਧਰਤੀ ਤੋਂ? ਤੁਸੀਂ ਮੈਂ ਤਾਂ ਇਹੀ ਕਹਿ ਸਕਦਾ ਆਪਣੇ ਸਤਿਕਾਰਯੋਗ ਸਾਰੇ ਵਿਊਅਰਸ ਨੂੰ, ਭੈਣਾਂ ਭਰਾਵਾਂ ਨੂੰ ਕਿ ਤੁਸੀਂ ਤਾਂ ਇੱਕ ਬਹੁਤ ਅੱਛੇ ਡਿਵੈਲਪਡ ਕੰਟਰੀ 'ਚ ਰਹਿ ਰਹੇ ਹੋ। ਯੂ ਹੈਵ ਅੰਡਰਸਟੂਡ ਦੀ ਇੰਟਾਇਰ ਸਿਸਟਮ, ਹਾਊ ਇਟ ਵਰਕਸ। ਇਸ ਤਰ੍ਹਾਂ ਲਾਅ ਜਿਹੜਾ ਉਹ ਸਭ ਲਈ ਬਰਾਬਰ ਔਰ ਇੱਕ ਨਜ਼ਰ ਦੇ ਨਾਲ ਹਰ ਬਸ਼ੰਦੇ ਨੂੰ ਦੇਖਦਾ। ਕਿਰਪਾ ਕਰਕੇ ਆਪਣੇ ਭੈਣਾਂ ਭਰਾਵਾਂ ਨੂੰ ਬੈਕ ਹੋਮ ਇਨ ਪੰਜਾਬ ਟਰਾਈ ਐਂਡ ਐਜੂਕੇਟ them ਕਿ ਉਹ ਕੇਵਲ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਪੋਲਿਟਿਕਸ ਆਟੇ ਦਾਲ ਨਾਲ ਜਾਂ ਛੋਟੀਆਂ ਵੈਲਫੇਅਰ ਸਕੀਮਸ ਨਾਲ ਪ੍ਰਭਾਵਿਤ ਹੋ ਕੇ ਵੋਟਾਂ ਪਾਉਣ ਦੀ ਨਹੀਂ ਹੈ। ਲਾਰਜਰ ਇਸ਼ੂਜ਼ ਜਿਹੜੇ ਆਪਣੀ ਸੋਸਾਇਟੀ ਦੇ ਸਟੇਟ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ, ਉਹਦੀ ਜਿਹੜੀਆਂ ਬੇਸਿਕ ਇਸ਼ੂਜ਼ ਨੇ ਐਜੂਕੇਸ਼ਨ, ਹੈਲਥ ਔਰ ਰੋਡਸ, ਇਲੈਕਟ੍ਰਿਸਿਟੀ, ਸੇਫ ਡਰਿੰਕਿੰਗ ਵਾਟਰ, ਜਿਹੜੀ ਭ੍ਰਿਸ਼ਟਾਚਾਰ ਹੈ ਉਸ ਨੂੰ ਕਿੱਦਾਂ ਖਤਮ ਕਰਨਾ, ਲਾਰਜਰ ਇਸ਼ੂਜ਼ ਨੂੰ ਮੱਦੇ ਨਜ਼ਰ ਰੱਖ ਕੇ ਆਪਣੇ ਸਾਰੇ ਵੋਟਰਸ ਨੂੰ, ਤੁਹਾਨੂੰ ਵੀ ਉੱਥੇ ਸੁਨੇਹੇ ਪੰਜਾਬ ਦੇ ਵਿੱਚ ਭੇਜਣੇ ਚਾਹੀਦੇ ਆ। ਔਰ ਇਸ ਤਰ੍ਹਾਂ ਦੀ ਇੱਕ ਸ਼ਾਹ ਸਰਕਾਰ ਦਾ ਅੰਤ ਹੋਣਾ ਚਾਹੀਦਾ ਜੀ। ਸਾਡਾ ਮਕਸਦ ਵੀ ਖਹਿਰਾ ਸਾਹਿਬ ਇਹੀ ਹੈ, ਤੁਸੀਂ ਦੇਖਿਆ ਔਰ ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਬੜੀ ਬੇਬਾਕੀ ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਔਰ ਉਮੀਦ ਹੈ ਫਿਰ ਵੀ ਤੁਹਾਡੇ ਨਾਲ ਗੱਲਬਾਤ ਦਾ ਮੌਕਾ ਮਿਲੇਗਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਪਿਆਰੇ ਦਰਸ਼ਕੋ, ਸੁਖਪਾਲ ਸਿੰਘ ਜੀ ਖਹਿਰਾ, ਕਾਂਗਰਸ ਦੇ ਸਪੋਕਸਪਰਸਨ, ਸਾਬਕਾ MLA ਤੇ ਇਲੈਕਸ਼ਨ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸੁਖਪਾਲ ਸਿੰਘ ਖਹਿਰਾ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਸੀ। ਸਮਾਂ ਹੈ ਇੱਕ ਵਕਫੇ ਦਾ, ਮੁੜ ਹਾਜ਼ਰ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਦੇਵ ਸਿੰਘ ਪੱਡਾ, ਮੁੱਖ ਸੇਵਾਦਾਰ ਸਿੱਖ ਸੈਂਟਰ ਫਲੈਸ਼ਿੰਗ ਅਤੇ ਖਾਲਸਾ ਸਕੂਲ ਕਵੀਂਜ ਵਿਲੇਜ ਵੱਲੋਂ ਅਤੇ ਉੱਥੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਾਧ ਸੰਗਤ ਵੱਲੋਂ ਖਾਲਸੇ ਦੇ 315ਵੇਂ ਜਨਮ ਦਿਨ ਅਤੇ ਸਿੱਖ ਡੇ ਪਰੇਡ ਜੋ 27ਵੀਂ ਪਰੇਡ ਮਨਹਾਟਨ ਵਿਖੇ 26 ਅਪ੍ਰੈਲ ਨੂੰ ਕੱਢੀ ਜਾ ਰਹੀ ਹੈ, ਉਸ ਦੀਆਂ ਸਮੁੱਚੇ ਜਗਤ ਨੂੰ ਅਤੇ ਸਮੁੱਚੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੀ ਸਾਜਨਾ ਦਿਵਸ ਵਿਸਾਖੀ ਦੀਆਂ ਸਮੂਹ ਜਗਤ ਨੂੰ ਭੁਪਿੰਦਰ ਸਿੰਘ ਟਵਾਲ, ਚੇਅਰਮੈਨ ਪਬਲਿਕ ਰਿਲੇਸ਼ਨ, ਸਿੱਖ ਕਲਚਰ ਸੁਸਾਇਟੀ ਵੱਲੋਂ ਲੱਖ ਲੱਖ ਵਧਾਈ ਜੀ। ਇਸ ਸੰਬੰਧ ਵਿੱਚ ਜੋ ਮਹਾਨ ਨਗਰ ਕੀਰਤਨ ਮਨਹੈਟਨ ਵਿੱਚ ਨਿਕਲਣ ਜਾ ਰਿਹਾ ਹੈ, ਉਸ ਵਿੱਚ ਸਮੂਹ ਜਗਤ ਨੂੰ ਪਹੁੰਚਣ ਦੀ ਅਪੀਲ ਹੈ ਜੀ। ਆਓ ਆਪਾਂ ਸਾਰੇ ਰਲ ਮਿਲ ਕੇ ਸ਼ਾਮਲ ਹੋਈਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਰਿਚਮੈਂਡ ਹਿੱਲ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਖੁਸ਼ੀ ਹਿੱਤ ਹਰ ਸਾਲ ਪਰੇਡ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵਾਰ ਵੀ 26 ਅਪ੍ਰੈਲ ਮਨਹਾਟਨ ਵਿਖੇ 27ਵੀਂ ਸਿੱਖ ਡੇ ਪਰੇਡ ਦਾ ਆਯੋਜਿਤ ਕੀਤਾ ਗਿਆ ਹੈ। ਸਰਬ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਦੁਆਰਾ ਸਾਹਿਬ ਸਿੱਖ ਐਸੋਸੀਏਸ਼ਨ ਸਟੇਟਨ ਆਈਲੈਂਡ ਵੱਲੋਂ ਸਰਬ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੈਂਡ ਹੱਲ ਵੱਲੋਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਹਾਟਨ ਵਿਖੇ ਕੱਢੀ ਜਾ ਰਹੀ ਹੈ। ਇਹ
ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। मेरे साथ चलो मेरे साथियों, चटपट की दुनिया के मजे लूट लो। पापा मम्मी दादा दादी फ्रेंड्स को बुलाओ, चटपट के मैजिक में सभी खो जाओ। चटपट के मैजिक, चटपट के मैजिक, भीगी लाइफ में ले आओ मजा। चटपट सा मैजिकल टेस्ट भरा, बोरिंग दही को बनाओ इंटरेस्टिंग। पूरी पे डालो ये मैजिकल स्प्रिंकलिंग, अकेले खाओ या सभी के साथ खाओ। चटपट की दुनिया में सभी खो जाओ, खाने के साथ या इवनिंग टाइम स्नैक। मजा आए तब जब खोले ये चटपट का पैक। चटपट काय हो जाए चटपट। द वैदिक स्टोर, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੇਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਸੀਂ ਕਾਫੀ ਮਹੱਤਵਪੂਰਨ ਗੱਲਬਾਤ ਸੁਣੀ। ਸਮਾਂ ਸਾਡੇ ਕੋਲ ਬਹੁਤ ਥੋੜਾ, ਪਰ ਤੁਹਾਡੇ ਸਨੇਹ ਬਹੁਤ ਸੰਖੇਪ ਦੇ ਵਿੱਚ ਅਸੀਂ ਲੈਣੇ ਚਾਹਾਂਗੇ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਬਾਬਾ ਸਾਹਿਬ ਪ੍ਰਗਟ ਸਿੰਘ ਬਲ ਅਰਜ ਕਰ ਰਿਹਾ ਜੀ। ਜੀ ਜੀ ਬਲ ਸਾਹਿਬ, ਜੀ ਆਇਆਂ ਨੂੰ। ਹਾਂਜੀ, ਬਹੁਤ ਵਧੀਆ ਜੀ। ਅੱਜ ਦਾ ਤਾਂ ਵਿਚਾਰ ਵਟਾਂਦਰਾ ਕੀਤਾ ਖਹਿਰਾ ਸਾਹਿਬ ਨਾਲ, ਕਾਫੀ ਜੀ ਵਧੀਆ। ਉਹਨਾਂ ਦੇ ਸੁਝਾਅ ਵੀ ਕੁਝ ਉਹਨਾਂ ਕੋਲ ਨਹੀਂ ਵੀ ਹੱਲ ਹੋਏ, ਜਿੱਦਾਂ ਮਾਨ ਸਾਹਿਬ ਵਾਲਾ ਮੁੱਦਾ ਹੈਗਾ SSP ਵਾਲਾ ਜੀ। ਸਭ ਤੋਂ ਜਿਹੜਾ ਮੁੱਢ ਉੱਥੇ ਬੰਦਾ ਪਹਿਲਾਂ ਜਿਹੜਾ ਲਾਗੋਕੇ ਨੂੰ ਸ਼ਹੀਦ ਕੀਤਾ ਸੀ DSP ਬਚਨ ਸਿੰਘ ਨੇ, ਤੇ ਜਦੋਂ ਪਹਿਲੀ ਮੀਟਿੰਗ 'ਚ ਉਹ ਮਿਲਣਗੇ ਆਪਣੇ SSP ਸਾਹਿਬ ਨੂੰ, ਤੇ ਨਾਲ ਗਨਮੈਨ ਜਿਹੜੇ ਮੱਖਣ ਬੁੱਚੜ ਹੋਣੀ, ਉਹਨਾਂ ਨੂੰ ਆਖਿਆ ਵੀ ਇਹ ਇਹਨਾਂ ਦੀ ਡਿਊਟੀ, ਉਹਨਾਂ ਪੁੱਛਿਆ ਵੀ ਕਿੱਥੇ ਆ। ਜੀ ਜੀ, ਇਹ ਜੀ ਇਹਨਾਂ ਨੂੰ ਖਤਰਾ ਬੜਾ, ਇਹ ਮੇਰੇ ਨਾਲ ਹੀ ਹੁੰਦੇ ਆ। ਆ ਜਦੋਂ ਘਰ ਜਾਂਦੇ ਉਹਨਾਂ ਦੇ ਘਰ ਵੀ ਪਹਿਰਾ ਲਾਇਆ, 6 ਇਹਨਾਂ ਨੂੰ ਮੁਲਾਜ਼ਮ ਦਿੱਤੇ ਆ। ਠੀਕ ਹੈ, ਚਲੋ ਫਿਰ ਆਪਾਂ ਨਾ ਉਹਨਾਂ ਦੇ ਮਾਨ ਸਾਹਿਬ ਬਾਰੇ ਕਰਾਂਗੇ। ਜਿਹੜੀ ਤੁਸੀਂ SBI ਬੈਂਕ 'ਚ ਲਾ ਦਿਓ, ਉੱਥੇ ਗਨਮੈਨਾਂ ਦੀ ਲੋੜ ਨਹੀਂ। ਨਹੀਂ, ਅੱਜ ਦੇ ਪ੍ਰੋਗਰਾਮ ਬਾਰੇ ਕੋਈ ਦੱਸੋਗੇ ਤੁਸੀਂ? ਆਪਾਂ ਫਿਰ ਉਹ ਮਾਨ ਸਾਹਿਬ ਬਾਰੇ, ਉਹ ਜਿਹੜਾ ਮਾਡਲ ਤੋੜਿਆ ਵਾਈਟ ਪੇਪਰ 'ਚ ਆਇਆ ਜੀ, ਹਰਬੰਸ ਲਾਲ ਖੰਨੇ ਨੇ ਉਹਦੇ ਅੱਗੇ ਵੀ ਧਰਨਾ ਜ਼ਿਕਰ ਕੀਤਾ ਸੀ, ਉਹਦਾ ਸਮਾਰਕ ਬਣਾਇਆ। ਉੱਥੇ ਬਾਦਲ ਸਾਹਿਬ ਨੇ ਵਧਕਾਇਓ ਇੱਟ ਫੜੀ, ਅਡਵਾਨੀ ਤੇ ਵਾਜਪਾਈ ਸਾਹਿਬ ਨੇ ਸਾਈਡ ਤੋਂ ਫੜ ਕੇ ਬਣਾਇਆ। ਚਲੋ, ਤੇ ਬਾਦਲ ਸਾਹਿਬ ਜਿਹੜੇ ਮੁੰਡਿਆਂ ਨੇ ਸ਼ਹੀਦ ਕੀਤਾ ਉਹਨੂੰ ਉਹਨਾਂ ਦੇ ਭੋਗ ਤੇ ਜਾ ਕੇ ਬੋਲਦੇ ਹੁੰਦੇ ਸੀ। ਹਾਂਜੀ ਹਾਂਜੀ ਹਾਂਜੀ। ਤੇ ਵੇਖ ਲਓ ਵੀ ਕਿੰਨੀ ਇਹਨਾਂ ਨੂੰ ਪਤਾ ਨਹੀਂ ਕਿੰਨਾ ਕਿ ਕਿਰਤਗਨ ਹੋ ਗਈ ਇਹ ਕੌਮ ਦੇ ਰਖਵਾਲੇ ਜੀ। ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹੈਲੋ, ਹਾਂਜੀ, ਤੁਸੀਂ ਲਾਈਨ ਤੇ ਹੋ? ਕੌਣ ਹੈ ਜੀ? ਸ਼ਾਇਦ ਸਾਡੀ ਆਵਾਜ਼ ਨਹੀਂ ਜਾ ਰਹੀ। ਤੁਸੀਂ ਕੌਣ ਬੋਲ ਰਹੇ ਜੀ? ਤੁਸੀਂ ਲਾਈਨ ਦੇ ਉੱਤੇ ਹੈਗੇ ਹੋ? ਹੈਲੋ, ਸ਼ਾਇਦ ਕਨੈਕਸ਼ਨ ਜਿਹੜਾ ਹੈਗਾ, ਤੁਸੀਂ ਗੱਲ ਕਰਨਾ ਚਾਹ ਰਹੇ ਹੋ ਪਰ ਤੁਹਾਡੇ ਕਨੈਕਸ਼ਨ ਨਹੀਂ ਮਿਲ ਰਿਹਾ। ਹੈਲੋ। ਸੋ ਪਿਆਰੇ ਦਰਸ਼ਕੋ, ਸਮਾਂ ਇਜਾਜ਼ਤ ਬਿਲਕੁਲ ਨਹੀਂ ਦੇ ਰਿਹਾ। ਤੁਸੀਂ ਸਾਰੀ ਵਾਰਤਾ ਪੂਰੇ ਵਿਸਥਾਰ ਸਹਿਤ ਸੁਣੀ, ਔਰ ਜਿਹੜੀ ਉਹਨਾਂ ਨੇ ਆਪਣਾ ਸਟੈਂਡ ਸੀਗਾ ਉਹਨਾਂ ਮੁੱਦਿਆਂ ਦੇ ਉੱਤੇ ਵੀ, ਜਿਨ੍ਹਾਂ ਦੇ ਉੱਤੇ ਕਾਫੀ ਕੰਟਰੋਵਰਸੀਜ਼ ਹਨ, ਖਹਿਰਾ ਸਾਹਿਬ ਨੇ ਦੱਸਣ ਦੀ ਕੋਸ਼ਿਸ਼ ਕੀਤੀ। ਅਸੀਂ ਫਿਰ ਇੱਕ ਪ੍ਰੋਗਰਾਮ ਹੋਰ ਲੈ ਕੇ ਆਵਾਂਗੇ। ਤੁਸੀਂ ਸਾਨੂੰ ਜ਼ਰੂਰ ਈਮੇਲ ਕਰ ਸਕਦੇ ਹੋ lamba@getpunjabi.tv ਦੇ ਉੱਤੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।